ਧਨ ਸੇ ਨਾਨਕਾ ਪੂਰਨ ਸੋਈ ਸੰਤ। ਦਿਲੋਂ ਮੁਹੱਬਤ ਜਿਨ ਸੇ ਸਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡ ਕਚਿਆ। ਆਪ ਲਿਏ ਲੜ ਲਾਏ ਦਰ ਦਰਵੇਸ਼ ਸੇ, ਤਿਨ ਧਨ ਗਣੇ ਮਾਉ ਆਏ ਸਫਲ ਸੇ। ਕਹਾਂ ਬੁੱਧ ਪ੍ਰਭ ਤੁਝ ਹਮਾਰੀ, ਬਰਨ ਸਕੈ ਮਹਿਮਾ ਜੋ ਤਿਹਾਰੀ। ਹਮ ਨਾ ਸਕਤ ਕਰ ਸਿਫਤ ਤੁਮਾਰੀ, ਆਪ ਲਿਹੋ ਤੁਮ ਕਥਾ ਸੁਧਾਰੀ। ਗੁਰਤਾ ਗੱਦੀ ਤੇ ਬਿਰਾਜਮਾਨ ਦਸਾਂ ਪਾਤਸ਼ਾਹੀਆਂ ਦੇ ਸਰੂਪ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ, ਆਪ ਜੀ ਦੀ ਪਾਵਨ ਹਜ਼ੂਰੀ ਵਿੱਚ ਦਰਬਾਰ ਵਿੱਚ ਉਪਸਥਿਤ ਸਤਿਕਾਰਯੋਗ ਸਾਧ ਸੰਗਤ ਜੀ, ਸਾਰੇ ਮਨ ਇਕਾਗਰ ਕਰਕੇ ਗੱਜ ਵੱਜ ਕੇ ਫਤਿਹ ਬੁਲਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਪ ਜੀ ਗੁਰੂ ਘਰ ਦੇ ਬਖਸ਼ੇ ਹੋਏ ਰੱਬ ਦੇ ਪਿਆਰੇ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ, ਉਹਨਾਂ ਦੀ ਯਾਦ ਵਿੱਚ ਜੋ ਬੈਠੇ ਹੋ, ਦਾਸ ਤੋਂ ਪਹਿਲਾਂ ਬਹੁਤ ਹੀ ਆਨੰਦਮਈ ਕੀਰਤਨ ਦੁਆਰਾ ਆਪ ਜੀ ਗੁਰੂ ਸ਼ਬਦ ਨਾਲ ਜੁੜ ਰਹੇ ਸੀ। ਅਗਲਾ ਸਮਾਂ ਗੁਰਮਤਿ ਵਿਚਾਰ ਦੇ ਵਿੱਚ ਸਾਂਝ ਪਾਉਣ ਦੀ ਕੋਸ਼ਿਸ਼ ਕਰਾਂਗੇ। ਮਨ ਚਿੱਤ ਇਕਾਗਰ ਕਰਕੇ ਗੁਰੂ ਚਰਨਾਂ ਵਿੱਚ ਅਰਦਾਸ ਕਰੀਏ। ਆਪਣੇ ਮੋਬਾਈਲ ਆਦਿਕ ਬੰਦ ਕਰਕੇ, ਚੌਂਕੜਾ ਲਾ ਕੇ, ਧਿਆਨ ਸਥਿਤ ਕਰਕੇ, ਨਾਲੋਂ ਨਾਲ ਜਦੋਂ ਮਨ ਇਕਾਗਰ ਹੋਵੇ ਉਦੋਂ ਸਿਮਰਨ ਕਰ ਲਈਏ, ਤਾਂ ਕਿ ਸਮਾਂ ਜਿਹੜਾ ਸਫਲ ਹੋ ਸਕੇ। ਗੁਰਬਾਣੀ ਦੇ ਵਿੱਚ ਸਾਧ ਸੰਗਤ ਦੀ ਬੜੀ ਵੱਡੀ ਮਹਾਨਤਾ ਮੰਨੀ ਗਈ ਹੈ। ਗੁਰੂ ਸਾਹਿਬ ਨੇ ਆਪ ਬਾਣੀ ਦੇ ਵਿੱਚ ਬਚਨ ਕਹੇ ਹਨ, ਸਾਧ ਕੈ ਸੰਗ ਨਹੀਂ ਕਛ ਘਾਲ, ਦਰਸ਼ਨ ਭੇਟਤ ਹੋਤ ਨਿਹਾਲ। ਇਹ ਜਿਹੜਾ ਨਿਹਾਲ ਹੈ, ਨਿਹਾਲ ਸਿਰਫ ਰੱਬ ਦੇ ਘਰ ਦੀ ਦਾਤ ਹੈ। ਦੁਨੀਆ ਦੀ ਕੋਈ ਚੀਜ਼ ਬੰਦੇ ਨੂੰ ਨਿਹਾਲ ਨਹੀਂ ਕਰ ਸਕਦੀ, ਸੁਖੀ ਕਰ ਸਕਦੀ। ਨਿਹਾਲ ਦਾ ਮਤਲਬ ਹੈ ਕਿ ਉਹ ਕਿਸੇ ਵੀ ਹਾਲ ਦੇ ਪ੍ਰਭਾਵ ਥੱਲੇ ਨਹੀਂ ਆਉਂਦਾ। ਬਾਹਰਲੇ ਕਿਸੇ ਵੀ ਰਹਿਣ ਸਹਿਣ ਦੇ ਦੁੱਖ ਸੁੱਖ ਦੇ ਪ੍ਰਭਾਵ ਥੱਲੇ ਨਹੀਂ ਆਉਂਦਾ, ਉਹਨੂੰ ਕਹਿੰਦੇ ਨਿਹਾਲ ਹੋ ਗਿਆ। ਯਾਨੀ ਕਿ ਜਿਵੇਂ ਅਸੀਂ ਸਾਰੀ ਜ਼ਿੰਦਗੀ ਵੱਲ ਝਾਤੀ ਪਾਈਏ ਅਤੇ ਸਾਡੀ ਜ਼ਿੰਦਗੀ ਨੂੰ ਬਾਹਰੋਂ ਦੂਜੇ ਚਲਾਉਂਦੇ ਨੇ, ਦੂਜੇ ਲੋਕ ਸਾਨੂੰ ਚਲਾ ਰਹੇ ਨੇ, ਅਸੀਂ ਆਪ ਆਪਣੇ ਆਪ ਨੂੰ ਨਹੀਂ ਚਲਾ ਰਹੇ। ਦੂਜਿਆਂ ਤੋਂ ਪ੍ਰਭਾਵਿਤ ਹੋ ਕੇ ਹੀ ਅਸੀਂ ਕੱਪੜੇ ਪਾਉਂਦੇ ਹਾਂ, ਦੂਸਰਿਆਂ ਤੋਂ ਪ੍ਰਭਾਵਿਤ ਹੋ ਕੇ ਅਸੀਂ ਬੋਲਦੇ ਹਾਂ, ਦੂਸਰਾ ਕੀ ਕਹੇਗਾ, ਸਾਨੂੰ ਲੋਕ ਵੇਖ ਰਹੇ ਨੇ। ਦੂਜਿਆਂ ਦੇ ਅਸਰ ਥੱਲੇ ਅਸੀਂ ਜੀ ਰਹੇ ਹਾਂ। ਦੂਜਿਆਂ ਦੇ ਅਸਰ ਥੱਲੇ ਜਿੰਨਾ ਚਿਰ ਮਨੁੱਖ ਜਿਉਂਦਾ, ਉਸ ਤਰ੍ਹਾਂ ਇਹ ਤਾਂ ਰਿਮੋਟ ਦੂਜੇ ਦੇ ਹੱਥ ਵਿੱਚ ਦੇ ਦਿੱਤਾ ਅਸਾਂ ਜ਼ਿੰਦਗੀ ਦਾ। ਜਿਵੇਂ ਰਿਮੋਟ ਕੰਟਰੋਲ ਹੁੰਦਾ ਨਾ, ਇੱਕ ਟੀਵੀ ਨੂੰ ਇੱਕ ਬੰਦਾ ਰਿਮੋਟ ਦੁਆਰਾ ਜਿਹੜਾ ਮਰਜ਼ੀ ਸਟੇਸ਼ਨ ਲਾ ਲੈ। ਹੁਣ ਜਿਹੜਾ ਮਰਜ਼ੀ ਆਵੇ ਉਹ ਕ੍ਰੋਧ ਵਾਲਾ
ਬਟਨ ਦੱਬੇ ਤੇ ਸਾਨੂੰ ਕ੍ਰੋਧਿਤ ਕਰਦਾ, ਦੋ ਗਾਲਾਂ ਕੱਢ ਕੇ। ਉਹਦੇ ਹੱਥ ਵਿੱਚ ਹੈ ਸਾਨੂੰ ਕ੍ਰੋਧਿਤ ਕਰਨਾ, ਉਹਦੇ ਹੱਥ ਵਿੱਚ ਹੈ ਸਾਨੂੰ ਕਾਮੀ ਕਰਨਾ, ਕ੍ਰੋਧੀ ਕਰਨਾ, ਲੋਭੀ ਕਰਨਾ, ਹੰਕਾਰੀ ਕਰਨਾ। ਇਹ ਦੂਜੇ ਦੇ ਹੱਥਾਂ ਵਿੱਚ ਸਾਡੀ ਜ਼ਿੰਦਗੀ ਚਲੀ ਗਈ, ਅਸੀਂ ਪਰਤੰਤਰ ਹੋ ਗਏ, ਅਸੀਂ ਸਵਤੰਤਰ ਨਹੀਂ ਹਾਂ। ਪਰਤੰਤਰ ਦਾ ਮਤਲਬ ਹੁੰਦਾ ਦੂਜੇ ਦੇ ਥੱਲੇ ਜਿਉਣਾ, ਦੂਜੇ ਦੇ ਪ੍ਰਭਾਵ ਥੱਲੇ ਜਿਉਣਾ। ਤੇ ਸਭ ਤੰਤਰ ਹੁੰਦਾ ਸਵੈ ਤੰਤਰ। ਤੰਤਰ ਦਾ ਮਤਲਬ ਸਵੈ, ਸਵੈ ਮੈਨੇ ਆਪਣਾ ਆਪ, ਸਵੈ ਮੈਨੇ ਪਰਮਾਤਮਾ, ਅਜੂਨੀ ਸਵੈ ਭੰ। ਜਦੋਂ ਅਸੀਂ ਆਪਣੀ ਆਜ਼ਾਦੀ ਨਾਲ ਜਿਉਂਦੇ ਹਾਂ, ਸਾਡਾ ਆਪਣਾ ਹਿਊਮਨ ਰਾਈਟ ਹੈ ਅੰਦਰ ਦਾ। ਜਿਵੇਂ ਬਾਹਰ ਦੇ ਹੱਕ ਨੇ ਨਾ ਸਾਡੇ, ਅਸੀਂ ਇਹ ਕਹਿੰਦੇ ਹਾਂ ਵੀ ਸਾਨੂੰ ਸਾਡੇ ਹੱਕ ਚਾਹੀਦੇ ਨੇ। ਜਿਵੇਂ ਹੁਣ ਕਿਸਾਨ ਮਜ਼ਦੂਰ ਅੰਦੋਲਨ ਕਾਹਦੇ ਵਾਸਤੇ ਹੈ? ਉਹ 3 ਬਿੱਲ ਕਾਹਦੇ ਨੇ? ਉਹ 3 ਬਿੱਲ ਸਾਰੇ ਦੇਸ਼ ਦੇ ਲੋਕਾਂ ਦੇ ਹੱਕ ਖੋਹਣ ਵਾਲੇ ਨੇ। ਮੋਟੇ ਤੌਰ 'ਤੇ ਆਮ ਬੰਦੇ ਨੂੰ ਸਮਝਾਉਣਾ ਹੋਵੇ ਤਾਂ ਇੰਨਾ ਹੀ ਬਹੁਤ ਹੈ, ਉਹਦੇ ਵਿੱਚ ਹੋਰ ਬਰੀਕੀਆਂ ਤਾਂ ਬਹੁਤ ਨੇ। ਅਸੀਂ ਉਹਦੇ ਵਾਸਤੇ ਮੋਰਚਾ ਲੱਗਾ ਹੋਇਆ ਬਈ ਸਾਡੇ ਹੱਕ ਜਿਹੜੇ ਨੇ, ਸਾਡੇ ਜੋ ਅਧਿਕਾਰ ਨੇ, ਉਹ ਸਾਡੇ ਕੋਲ ਰਹਿਣੇ ਚਾਹੀਦੇ ਨੇ। ਅਸੀਂ ਦੂਜਿਆਂ ਦੇ ਅਸਰ ਥੱਲੇ ਨਹੀਂ ਜਿਉਣਾ, ਅਸੀਂ ਆਪਣੇ ਆਜ਼ਾਦੀ ਨਾਲ ਸਾਡੀ ਚੀਜ਼ ਦਾ ਮੁੱਲ ਅਸੀਂ ਆਪ ਤੈਅ ਕਰਨਾ। ਪਰ ਗੁਰੂ ਸਾਹਿਬ ਕਹਿੰਦੇ ਵੀ ਤੈਨੂੰ ਪਤਾ ਨਹੀਂ, ਤੂੰ ਤਾਂ ਗੁਲਾਮ ਹੈ, ਤੇਰੇ ਤੇ ਗਲ ਦੇ ਵਿੱਚ ਤੇਰਾ ਮਨ ਰੱਸੀ ਪਾ ਕੇ ਖਿੱਚੀ ਫਿਰਦਾ ਤੈਨੂੰ। ਤੂੰ ਮਨ ਦਾ ਵੀ ਗੁਲਾਮ, ਤੂੰ ਲੋਕਾਂ ਦਾ ਵੀ ਗੁਲਾਮ, ਤੂੰ ਰਿਸ਼ਤੇਦਾਰਾਂ ਦਾ ਵੀ ਗੁਲਾਮ। ਕਦੀ ਕਹਿਣਾ ਅੰਮ੍ਰਿਤ ਤੇ ਛਕਣ ਨੂੰ ਜੀ ਕਰਦਾ, ਰਿਸ਼ਤੇਦਾਰ ਨਾਰਾਜ਼ ਹੋ ਜਾਣਗੇ ਕਿਉਂਕਿ ਫਿਰ ਸ਼ਰਾਬ ਨਹੀਂ ਪਿਆਈ ਜਾਣੀ ਉਹਨਾਂ ਨੂੰ। ਇਹਦਾ ਮਤਲਬ ਉਹ ਤੇਰੀ ਜ਼ਿੰਦਗੀ ਨੂੰ ਚਲਾ ਰਹੇ ਨੇ, ਤੇਰਾ ਆਪਣਾ ਕੋਈ, ਤੂੰ ਆਜ਼ਾਦ ਹੈ ਹੀ ਨਹੀਂ, ਤੂੰ ਗੁਲਾਮ ਹੈ। ਇਸ ਕਰਕੇ ਜਿਹੜਾ ਤੁਸੀਂ ਆਸਾ ਦੀ ਵਾਰ ਸਰਵਣ ਕਰਦੇ ਹੋ ਨਾ, ਸਵੇਰੇ ਹਰਿਮੰਦਰ ਸਾਹਿਬ ਤੋਂ ਆਸਾ ਦੀ ਵਾਰ ਜਾਂ ਹੋਰ ਗੁਰੂ ਘਰਾਂ ਦੇ ਵਿੱਚ ਆਸਾ ਦੀ ਵਾਰ ਦਾ ਕੀਰਤਨ ਹੁੰਦਾ ਹੈ, ਉਹਦੇ ਸਿਰਲੇਖ ਦੇ ਉੱਤੇ ਜਿਹੜੇ ਪੜ੍ਹਨ ਵਾਲੇ ਨੇ ਜਾਂ ਸੁਣਨ ਵਾਲੇ ਸੁਣਨਗੇ, ਸਵੇਰੇ ਰਾਗੀ ਸਿੰਘ ਪੜ੍ਹਦੇ ਨੇ, ਵਾਰ ਸਲੋਕਾਂ ਨਾਲ ਸਲੋਕ ਵੀ ਮਹੱਲੇ ਪਹਿਲੇ ਕੇ, ਟੂੰਡਾ ਅਸਰਾਜੈ ਕੀ ਧੁਨੀ ਗਾਵਣੀ। ਉਹ ਟੂੰਡਾ ਤੇ ਅਸਰਾਜ 2 ਰਾਜੇ ਨੇ, ਉਹਨਾਂ ਦੀ ਧੁਨ ਤੇ ਇਸ ਆਸਾ ਦੀ ਵਾਰ ਨੂੰ ਗਾਉਣਾ ਹੈ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਿੱਥੇ 31 ਰਾਗ ਨੇ, ਉੱਥੇ 31 ਹੋਰ ਮਿਸ਼ਰਤ ਰਾਗ ਨੇ। ਇੱਕ ਸਿੰਗਲ ਨੇ ਕੱਲੇ ਕੱਲੇ, ਇੱਕ 31 ਹੋਰ ਰਾਗ ਨੇ। ਸਾਰੇ ਰਾਗ ਜ਼ਿਆਦੇ ਬਣਦੇ ਨੇ, 62 ਬਣਦੇ ਨੇ, ਤੇ ਉਹਦੇ ਅੰਦਰ 22 ਵਾਰਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ। 22 ਵਾਰਾਂ, ਤੇ 22 ਵਾਰਾਂ ਦੇ ਵਿੱਚੋਂ ਸਭ ਤੋਂ ਛੋਟਾ ਸਰੂਪ ਹੈ ਜਿਹੜਾ ਉਹ ਬਸੰਤ ਦੀ ਵਾਰ ਦਾ ਹੈ। ਤੇ ਬਸੰਤ ਦੀ ਵਾਰ ਸਾਧ ਸੰਗਤ ਜੀ ਹਰਿਮੰਦਰ ਸਾਹਿਬ ਦੇ ਵਿੱਚ ਇੱਕ ਮਾਘ ਤੋਂ ਪੜ੍ਹਨੀ ਸ਼ੁਰੂ ਹੁੰਦੀ ਹੈ, ਔਰ ਮਰਿਆਦਾ ਹੈ ਰਾਗੀ ਸਿੰਘਾਂ ਦੀ ਵੀ ਜਿੱਥੇ ਵੀ ਦੀਵਾਨ ਸਜੇ ਉੱਥੇ ਪਹਿਲੀ ਮਾਘ ਤੋਂ ਲੈ ਕੇ ਹੋਲੇ ਮਹੱਲੇ ਤੱਕ ਆਸਾ ਦੀ ਵਾਰ ਸ਼ੁਰੂ ਵਿੱਚ ਵੀ ਜ਼ਰੂਰ ਗਾਉਣੀ ਹੈ। ਤੇ ਵਾਹਿਗੁਰੂ ਆਸਾ ਦੀ ਵਾਰ, ਬਸੰਤ ਦੀ ਵਾਰ। ਹਰ ਕਾ ਨਾਮ ਧਿਆਏ ਕੈ ਹੋ ਹਰਿਆ ਪਾਈ, ਕਰਮ ਲਿਖੰਤੈ ਪਾਈਐ ਇਹ ਰੁੱਤ ਸੁਹਾਈ, ਵਣ ਤ੍ਰਿਣ ਤ੍ਰੇ ਭਵਨ ਮੌਲਿਆ ਅੰਮ੍ਰਿਤ ਫਲ ਪਾਈ, ਮਿਲ ਸਾਧੂ ਸੁਖ ਉਪਜੈ ਲੱਥੀ ਸਭ ਛਾਈ, ਨਾਨਕ ਸਿਮਰੈ ਏਕ ਨਾਮ ਫਿਰ ਬਹੁੜ ਨ ਤਾਈ। ਇਹ ਬਸੰਤ ਦੀ ਵਾਰ ਇਹ ਸਾਰਿਆਂ ਤੋਂ ਛੋਟੀ ਹੈ, ਛੋਟਾ ਸਰੂਪ ਹੈ। ਇਸ ਤਰ੍ਹਾਂ 22 ਵਾਰਾਂ ਨੇ, ਇੱਕ ਉਹਨਾਂ ਵਿੱਚੋਂ ਆਸਾ ਦੀ ਵਾਰ ਹੈ। ਆਸਾ ਦੀ ਵਾਰ ਦੇ ਉੱਤੇ ਫਿਰ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਵਾਰਾਂ ਦੇ ਉੱਤੇ 9 ਧੁਨੀਆਂ ਚੜਾਈਆਂ ਨੇ। ਇਹ ਮੰਨਿਆ ਗਿਆ ਵੀ ਇਹ 6ਵੇਂ ਪਾਤਸ਼ਾਹ ਨੇ, 6ਵੇਂ ਗੁਰੂ ਸਾਹਿਬ ਨੇ, ਗੁਰੂ ਹਰਗੋਬਿੰਦ ਸਾਹਿਬ ਨੇ ਚੜਾਈਆਂ ਵਾਰਾਂ ਦੇ ਉੱਤੇ ਧੁਨੀਆਂ। ਹੁਣ ਸਾਨੂੰ ਨਾ ਧੁਨੀਆਂ ਦਾ ਪਤਾ, ਨਾ ਸਾਨੂੰ ਰਾਗ ਦਾ ਪਤਾ। ਕਿਉਂ? ਸਾਰਾ ਕੁਝ ਅਸੀਂ ਪੱਛਮ ਦਾ ਅਪਣਾ ਲਿਆ। ਜਿਹੜਾ ਪੱਛਮ ਯਾਨੀ ਕਿ ਜਿੱਧਰ ਸੂਰਜ ਡੁੱਬਦਾ ਹੈ ਉਹ ਦੇਸ਼ ਨੇ, ਅਮਰੀਕਾ, ਕੈਨੇਡਾ,
ਉੱਥੋਂ ਵਾਲੀ ਸਾਨੂੰ ਕੱਪੜੇ ਪਸੰਦ, ਉੱਥੋਂ ਵਾਲੀ ਸਾਨੂੰ ਖਾਣਾ ਪੀਣਾ ਪਸੰਦ, ਉੱਥੋਂ ਵਾਲੀ ਸਾਨੂੰ ਬੋਲੀ ਪਸੰਦ, ਉਹੀ ਸਾਰਾ ਕੁਝ, ਅਤੇ ਉਹੀ ਸਾਨੂੰ ਸੰਗੀਤ ਪਸੰਦ ਆਉਂਦਾ। ਉਹੀ ਜਿਵੇਂ ਕਮਲੇ ਕਰਦੇ ਨਾ, ਇਸ ਤਰ੍ਹਾਂ ਮੋਢੇ ਜਿਹੇ ਮਾਰ ਕੇ ਇਸ ਤਰ੍ਹਾਂ ਕਰੀ ਜਾਣਾ ਅਤੇ ਗਾਈ ਜਾਣਾ ਅਤੇ ਨੱਚੀ ਜਾਣਾ, ਉਹਦੀ ਬੜੀ ਸਮਝ ਆਵੇਗੀ। ਜੇ ਕਥਾ ਕੀਰਤਨ ਚੱਲੇਗਾ, ਕਹਿੰਦੇ ਨੀਂਦ ਆਉਂਦੀ ਹੈ, ਕਈਆਂ ਨੂੰ ਵਿੱਚ ਨੀਂਦ ਆ ਰਹੀ ਹੈ ਕਥਾ ਕੀਰਤਨ ਸੁਣ ਕੇ। ਕਿਉਂ? ਮਨ ਨੂੰ ਖੁਰਾਕ ਨਹੀਂ ਮਿਲ ਰਹੀ। ਮਨ ਤੇ ਸਾਰਾ ਦਿਨ ਰਹਿੰਦਾ YouTube 'ਤੇ, ਮਨ 'ਤੇ ਵਹਿੰਦਾ ਰੰਗ ਬਿਰੰਗੀਆਂ ਫੋਟੋਆਂ, ਅਤੇ ਹੁਣ ਗੁਰੂ ਕਾ ਦਰਬਾਰ ਹੈ ਅਤੇ ਉੱਥੇ ਵਹਿੰਦਾ ਝੂਠ, ਅਤੇ ਇੱਥੇ ਗੱਲ ਸੱਚੀ ਹੈ ਤਾਂ ਝੂਠੀ ਗੱਲ ਮਿੱਠੀ ਹੈ ਅਤੇ ਸੱਚੀ ਗੱਲ ਕੌੜੀ ਲੱਗਦੀ। ਜਿਹੜੀ ਦਵਾਈ ਹੁੰਦੀ ਹੈ ਨਾ, ਉਹ ਕੌੜੀ ਹੁੰਦੀ ਹੈ, ਉਹਨੂੰ ਤੁਸੀਂ ਖਾਣਾ ਹੀ ਪੈਂਦਾ। ਜੇ ਤੁਸੀਂ ਮਨ ਨੂੰ ਪੁੱਛਣ ਜਾਓ ਤਾਂ ਗੋਲੀ ਕੌਣ ਖਾਏਗਾ? ਇਸ ਲਈ ਅੱਜ ਦੇ ਧਰਮ ਵੀ ਇਸ ਤਰ੍ਹਾਂ ਦੇ ਬੜੇ ਨਿਕਲੇ ਨੇ, ਉਹ ਲੋਕਾਂ ਨੂੰ ਪੁੱਛਦੇ ਨੇ ਤੁਹਾਨੂੰ ਕਿਵੇਂ ਦਾ ਧਰਮ ਚਾਹੀਦਾ ਹੈ। ਇਹਦਾ ਮਤਲਬ ਇਹ ਹੋਇਆ ਵੀ ਡਾਕਟਰ ਜਿਹੜਾ ਉਹ ਮਰੀਜ਼ਾਂ ਨੂੰ ਪੁੱਛਣ ਲੱਗ ਪਿਆ ਵੀ ਦਵਾਈ ਕਿਵੇਂ ਦੀ ਲੈਣੀ ਹੈ ਤੂੰ। ਕਿਉਂ? ਉਹਨਾਂ ਨੇ ਆਪਣਾ ਕੰਮ ਚਲਾਉਣਾ ਵੀ ਲੋਕੀ ਜ਼ਿਆਦਾ ਇਕੱਠੇ ਹੋਣ, ਪਬਲਿਸਿਟੀ ਕਿਵੇਂ ਹੁੰਦੀ ਹੈ, ਵੀ ਜ਼ਿਆਦਾ ਲੋਕ ਪਸੰਦ ਕਿਵੇਂ ਕਰਦੇ ਨੇ। ਮੈਂ ਹੁਣੇ ਬੈਠ ਜਾ ਕਿਸੇ ਥਾਂ 'ਤੇ ਮੈਂ ਕਹਾਂ ਜੀ ਮੌਜ ਮਰਜ਼ੀ ਕਰੋ, ਮਸਤੀ ਕਰੋ, ਨੱਚੋ ਗਾਓ, ਖਾਓ ਪੀਓ, ਜੋ ਮਰਜ਼ੀ ਕਰੋ, ਆ ਜਾਓ ਮੇਰੇ ਸਿੱਖ ਬਣ ਜਾਓ, ਅਤੇ ਸਾਧ ਸੰਗਤ ਜੀ ਮੇਰੇ ਖਿਆਲ ਦੇ ਵਿੱਚ ਸਾਰਾ ਹਿੰਦੁਸਤਾਨ ਇਕੱਠਾ ਹੋ ਜਾਏਗਾ, ਕਿਉਂਕਿ ਸੌਖਾ ਹੈ ਨਾ। ਪਰ ਜਿਹੜਾ ਕੰਮ ਸੌਖਾ ਉਹਦੇ ਵਿੱਚੋਂ ਨਿਕਲਦਾ ਕੁਝ ਨਹੀਂ। ਤੁਸੀਂ ਪੜ੍ਹਾਈ ਪੜ੍ਹਦੇ ਹੋ, ਬੱਚੇ ਵਿੱਚ ਬੈਠੇ ਨੇ ਜਿਹੜੇ ਵਿੱਦਿਆ ਪੜ੍ਹਦੇ ਨੇ, ਜਿਹੜੀ ਲਾਈਨ ਸੌਖੀ ਹੈ, ਜਦੋਂ +2 ਤੋਂ ਅੱਗੇ ਜਾਂਦੇ ਹੋ ਤੁਸੀਂ ਤਾਂ ਉਹਦੇ ਡਿਪਾਰਟਮੈਂਟ ਆਉਂਦੇ ਵੀ ਤੁਸੀਂ ਕਿਹੜੀ ਲਾਈਨ ਚੁਣਨੀ ਹੈ, ਮੈਡੀਕਲ ਜਾਂ ਨੌਨ ਮੈਡੀਕਲ ਦੇ ਵਿੱਚ ਜਾਣਾ। ਉਹ ਕਹਿਣਗੇ ਵੀ ਜੇ ਤੇ ਆਪਣਾ ਤੁਸੀਂ ਸੌਣਾ ਆਰਾਮ ਨਾਲ ਅਤੇ ਤਾਸ਼ ਖੇਡਣਾ ਅਤੇ TV ਵੇਖਣਾ ਹੈ, ਫਿਰ ਤਾਂ ਸੌਖਾ ਜਿਹਾ ਕੋਈ ਲੈ ਲਓ, ਉਹਦੀ ਅੱਗੋਂ ਤਨਖਾਹ ਵੀ ਫਿਰ ਥੋੜ੍ਹੀ ਜਿਹੀ ਮਿਲਣੀ ਹੈ, ਅਤੇ ਜੇ ਵੱਡੀ ਤਨਖਾਹ ਸੈਲਰੀ ਵੱਡੀ ਲੈਣੀ ਹੈ ਤਾਂ ਫਿਰ ਦਿਨ ਰਾਤ ਜਾਗ ਕੇ ਪੜ੍ਹਨਾ ਪੈਣਾ। ਜੇ ਤੇ ਜ਼ਿੰਦਗੀ ਨੂੰ ਘੜਨਾ ਹੈ, ਘੜੀਆ ਸ਼ਬਦ ਸੱਚੀ ਟਕਸਾਲ, ਫਿਰ ਤੇ ਗੁਰੂ ਗ੍ਰੰਥ ਸਾਹਿਬ ਦੀ ਕੌੜੀ ਵਿੱਦਿਆ ਪੜ੍ਹਨੀ ਪਏਗੀ। ਅਤੇ ਜੇ ਜ਼ਿੰਦਗੀ ਖਰਾਬ ਕਰਕੇ ਜਾਣਾ ਤਾਂ ਜਿੱਥੇ ਮਰਜ਼ੀ ਤੁਰੇ ਫਿਰੋ। ਇਹ ਜਨਮ ਬੜਾ ਕੀਮਤੀ ਹੈ। ਬਾਣੀ ਕਹਿੰਦੀ ਕਬੀਰ ਮਾਨਸ ਜਨਮ ਦੁਲੰਭ ਹੈ, ਹੋਏ ਨਾ ਬਾਰੇ ਬਾਰ। ਦੁਨੀਆ ਦੇਵਤਿਆਂ ਨੂੰ ਪੂਜਦੀ ਏ, ਦੇਵਤੇ ਚਾਹੁੰਦੇ ਅਸੀਂ ਬੰਦੇ ਦਾ ਸਰੀਰ ਮਿਲ ਜਾ ਸਾਨੂੰ। ਸੰਸਾਰ ਦੇ ਲੋਕ ਦੇਵਤਿਆਂ ਦੀ ਪੂਜਾ ਕਰਦੇ ਦੁਨੀਆ ਦੀਆਂ ਚੀਜ਼ਾਂ ਲੈਣ ਵਾਸਤੇ, ਪਰ ਕੀਮਤੀ ਕਿੱਡਾ ਸਰੀਰ। ਕਬੀਰ ਮਾਨਸ ਜਨਮ ਦੁਲੰਭ ਹੈ। ਆਹ ਜਿਹੜਾ ਸਰੀਰ ਹੈ ਨਾ, ਇਹ ਬੜੀ ਮੁਸ਼ਕਿਲ ਨਾਲ ਮਿਲਿਆ। ਹੋਏ ਨਾ ਬਾਰੇ ਬਾਰ, ਇਹ ਵੀ ਦੱਸ ਦਿੱਤਾ ਗੁਰੂ ਗ੍ਰੰਥ ਸਾਹਿਬ ਨੇ ਵੀ ਅਗਲੀ ਵਾਰੀ ਤੂੰ ਬੰਦਾ ਨਹੀਂ ਬਣਨਾ। ਇਹ ਬਾਣੀ ਕਹਿ ਰਹੀ ਨਾ, ਜਿਹਨੂੰ ਤੁਸੀਂ ਮੱਥਾ ਟੇਕਿਆ, ਤੇ ਜੇ ਮੱਥਾ ਟੇਕਿਆ ਫਿਰ ਮੰਨਦੇ ਹੋ ਨਾ ਗੱਲ, ਅਗਲੀ ਵਾਰੀ ਤੁਸੀਂ ਮਨੁੱਖ ਨਹੀਂ ਬਣ ਸਕਦੇ। ਕੋਈ ਗਧਾ ਹੋ ਸਕਦੇ ਹੋ ਜੇ ਨਾਮ ਨਾ ਜਪਿਆ ਤੇ, ਕੋਈ ਹੋਰ ਜਿਹੜੀ ਨਖਿੱਧ ਜੂਨੀ ਹੈ। ਹਾਂ, ਇਹ ਚੀਜ਼ ਜਿਹੜੀ ਗੱਲ ਮੈਂ ਕਰ ਰਿਹਾ ਸਾਰੇ ਲੋਕਾਂ ਦੇ ਉੱਤੇ ਲਾਗੂ ਨਹੀਂ ਹੁੰਦੀ। ਜਿਹੜੇ ਲੋਕਾਂ ਨੇ ਆਪਣਾ ਜੀਵਨ ਸਿਰਜਣ, ਡਿਵੈਲਪਮੈਂਟ ਜਿਹੜੀ ਹੈ ਪਰਸਨੈਲਿਟੀ ਦੀ, ਜਿਹਨੇ ਕਰ ਲਈ ਆਪਣੇ ਆਪ ਦੀ, ਕੁਝ ਜਿਵੇਂ ਜੀਵਨ ਦਾ ਕੁਝ ਹਿੱਸਾ ਗੁਰੂ ਦੇ ਆਖੇ ਲੱਗ ਕੇ ਸਵਾਰ ਲਿਆ, ਫਿਰ ਰੱਬ ਉਹਦੇ ਤੋਂ ਆਸ ਕਰਦਾ ਵੀ ਇਹ ਬੰਦਾ ਮਿਹਨਤੀ ਹੈ, ਇਹਨੂੰ ਚਾਂਸ ਦੇਣਾ ਚਾਹੀਦਾ, ਇਹਨੂੰ ਫਿਰ ਬਣਾ ਦਿਓ ਬੰਦਾ ਇੱਕ ਵਾਰੀ। ਜੇ ਸ਼ੁਰੂ ਕਰ ਲਿਆ ਨਾ, ਕਈ ਕਹਿੰਦੇ ਵੀ ਅਸੀਂ ਨਿਤਨੇਮ ਕਰਦੇ ਤੇ ਹੈ ਮਾਂ, ਗੱਲ ਬਣਦੀ ਨਹੀਂ, ਟਿਕਦਾ ਨਹੀਂ। ਕਦੀ ਟਿਕ ਜਾਂਦਾ ਮਨ, ਕਦੀ ਨਹੀਂ ਟਿਕਦਾ, ਕਦੀ ਸ਼ਰਧਾ ਆ ਜਾਂਦੀ, ਕਦੀ ਨਹੀਂ ਆਉਂਦੀ। ਕੋਈ ਫਾਇਦਾ ਹੋਵੇਗਾ? ਫਾਇਦਾ ਹੋਵੇਗਾ, ਇੰਨਾ ਕੁ ਫਾਇਦਾ ਹੋਵੇਗਾ ਵੀ ਆਪਾਂ ਗਧੇ ਬਣਨ ਤੋਂ ਬਚ ਜਾਵਾਂਗੇ, ਆਪਾਂ ਕੁੱਤੇ ਬਣਨ ਤੋਂ ਬਚ ਜਾਵਾਂਗੇ, ਮਨੁੱਖਤਾ ਦੀ ਲਾਈਨ ਦੇ ਵਿੱਚ ਆ ਜਾਓਗੇ ਫਿਰ ਵੀ, ਕਿਉਂਕਿ ਤੁਸੀਂ ਕੁਝ % ਪੜ੍ਹਿਆ, ਭਾਵੇਂ 10% ਹੀ ਸਹੀ, ਕੁਝ ਮਨ ਟਿਕਿਆ, ਕੁਝ ਗੱਲ ਬਣੀ ਹੈ, ਸ਼ੁਰੂਆਤ ਹੋ ਚੁੱਕੀ ਹੈ, ਤੁਹਾਡੀ ਐਂਟਰੀ ਹੋ ਚੁੱਕੀ ਹੈ। ਉਸ ਐਂਟਰੀ ਦੇ ਕਾਗਜ਼ ਤੁਹਾਡੇ ਪ੍ਰਮਾਤਮਾ ਦੇ ਘਰ ਦੇ ਵਿੱਚ ਆ ਚੁੱਕੇ ਹਨ। ਇਹਨੂੰ ਕਹਿੰਦੇ ਨਿਸ਼ਾਨ। ਜਦੋਂ ਕੋਈ ਬੰਦਾ ਨਾਮ ਜਪਦਾ ਨਾ, ਭੱਟਾਂ ਦੇ ਸਵਈਏ ਪੜ੍ਹ ਕੇ ਵੇਖੋ, ਉਦੋਂ ਵਾਹਿਗੁਰੂ ਦੇ ਹੁਕਮ ਦੇ ਨਾਲ ਉਹਦੇ ਉੱਤੇ ਠੱਪਾ ਲਾ ਦਿੰਦੇ ਨੇ। ਪਰਮਾਤਮਾ ਦੇ ਜਿਹੜੇ ਪਿਆਰੇ ਦਾਸ ਨੇ ਠੱਪਾ ਲਾ ਦਿੰਦੇ ਵੀ ਆਹ ਬੰਦਾ, ਜਿਵੇਂ ਕਿਸੇ ਬੰਦੇ ਨੂੰ
ਆ ਸੇਵਾਦਾਰ ਹੁੰਦੇ ਨਾ ਜ਼ਿਆਦਾ ਥਾਵਾਂ ਤੇ, ਉਹ ਗਲ ਦੇ ਵਿੱਚ ਆਪਣਾ ਠੀਪਾ ਜਿਹਾ ਪਾ ਕੇ ਰੱਖਦੇ ਵੀ ਪਤਾ ਲੱਗ ਜਾਏ ਇੱਥੋਂ ਵੀ ਸੇਵਾਦਾਰ ਹੈ, ਵੀ ਸਾਡਾ ਬੰਦਾ ਹੈ, ਜ਼ਿਆਦੀ ਭੀੜ ਹੈ। ਇਸ ਕਰਕੇ ਮਹਾਰਾਜ ਕਹਿੰਦੇ ਤੇਰਾ ਹੁਕਮ ਪਵੈ ਨਿਸ਼ਾਨ, ਨਿਸ਼ਾਨੀ ਲੱਗ ਜਾਂਦੀ ਮੱਥੇ ਤੇ ਵੀ ਇਹਨੇ ਨਾਮ ਜਪਿਆ, ਇਹਨੇ ਬੰਦਗੀ ਕੀਤੀ ਹੈ। ਤੇਰਾ ਹੁਕਮ ਪਵੈ ਨਿਸ਼ਾਨ ਤੋ ਕਰੋ ਸਾਹਿਬ ਕੀ ਸੇਵਾ। ਉਹਦੇ ਤੋਂ ਬਾਅਦ ਫਿਰ ਸੇਵਾ ਵਾਸਤੇ ਉਹਨੂੰ ਚੁਣਿਆ ਜਾਂਦਾ ਵੀ ਇਹ ਸੇਵਾ ਕਰੇਗਾ ਗੁਰੂ ਘਰ ਦੀ। ਜਬ ਗੁਰ ਦੇਖੇ ਸ਼ੁਭ ਦ੍ਰਿਸ਼ਟ, ਗੁਰੂ ਸਾਹਿਬ ਜਦੋਂ ਸਾਡੇ ਵੱਲ ਚੰਗੀ ਨਜ਼ਰ ਕਰਕੇ ਵੇਖ ਲੈਣ, ਨਾਮ ਕਰਤਾ ਮੁਖ ਮੇਵਾ, ਫਿਰ ਮੇਵੇ ਵਰਗਾ ਮਿੱਠਾ ਨਾਮ ਮੂੰਹ ਮਿੱਠਾ ਹੋ ਜਾਂਦਾ। ਨਾਮ ਦੇ ਵਿੱਚ ਕੀ ਆਮ ਬੰਦੇ ਦੀ ਅੱਜ ਕੱਲ੍ਹ, ਅੱਜ ਨਹੀਂ ਸ਼ੁਰੂ ਤੋਂ ਰਹੀ ਗੱਲ, ਇਹ ਹੋਣੀ ਵੀ ਚਾਹੀਦੀ ਹੈ ਵੀ ਆਪਾਂ ਜਿਵੇਂ ਅੱਜ ਗੁਰਦੁਆਰੇ ਆਏ ਹਾਂ ਵੀ ਸਾਨੂੰ ਇੱਥੋਂ ਕੁਝ ਮਿਲਿਆ ਕਿ ਨਹੀਂ। ਚਲੋ ਜਿਹੜੇ ਤੇ ਪਹਿਲਾਂ ਜੁੜੇ ਉਹ ਤੇ ਬੈਠੇ ਚੌਂਕੜਾ ਲਾ ਕੇ ਉਹਨਾਂ ਨੂੰ ਪਤਾ ਹੈ, ਜਿਹੜੇ ਨਵੇਂ ਨੇ ਉਹਨਾਂ ਦੀ ਡਿਊਟੀ ਹੋਰ ਹੈ। ਉਹਨਾਂ ਨੇ ਜਿਹੜਾ ਬੰਦਾ ਪਿਛਲੇ ਗੇਟ ਚੋਂ ਨਿਕਲਦਾ ਉੱਥੋਂ ਨਾਲ ਤੁਰਦੇ ਨੇ, ਫਿਰ ਜਦੋਂ ਮੱਥਾ ਟੇਕਦਾ ਫਿਰ ਉਹਨੂੰ ਮੱਥਾ ਟਿਕਾਉਂਦੇ ਨੇ, ਫਿਰ ਉਹਨੂੰ ਪਰਿਕਰਮਾ ਕਰਾਉਂਦੇ ਨੇ। ਸਾਰੀ ਧਿਆਨ ਸਾਰਾ ਲੋਕਾਂ ਵਿੱਚ, ਉਹਨਾਂ ਨੂੰ ਨਹੀਂ ਕੁਝ ਮਿਲਣਾ ਇੱਥੋਂ। ਇਹ ਮਿਲਦਾ ਕਿਹਨੂੰ ਹੈ? ਧਰੂ ਨੂੰ ਵੀ ਮਿਲਿਆ, ਪ੍ਰਹਿਲਾਦ ਨੂੰ, ਧਰੂ ਨੂੰ ਮਿਲਿਆ, ਬਾਬੇ ਫਰੀਦ ਨੂੰ ਛੋਟੀ ਉਮਰ ਵਿੱਚ ਉਹ ਰਸ ਆਇਆ। ਇੱਕ ਪਾਵਰਫੁਲ ਇੰਜੋਇਮੈਂਟ ਹੈ ਧਰਮ ਜਿਹੜਾ ਹੈ, ਸ਼ਕਤੀਸ਼ਾਲੀ ਮਨੋਰੰਜਨ ਹੈ। ਦੁਨੀਆ ਦਾ ਕੋਈ ਮਨੋਰੰਜਨ ਇਹਦੀ ਬਰਾਬਰਤਾ ਨਹੀਂ ਕਰ ਸਕਦਾ, ਪਰ ਇਹਦੀ ਸ਼ੁਰੂਆਤ ਬੜੀ ਕੌੜੀ ਹੈ। ਪ੍ਰੀਖਿਆ ਇੱਥੇ ਹੁੰਦੀ ਹੈ। ਪਹਿਲੇ ਦਾ ਕੌੜਾ ਇਹ ਹੈ ਵੀ ਸਵੇਰੇ ਸਵੇਰੇ ਆਪਣਾ ਸਵੇਰੇ ਨੀਂਦ ਬੜੀ ਮਿੱਠੀ ਆਉਂਦੀ, ਪਹਿਲਾਂ ਤਾਂ ਨੀਂਦ ਛੱਡੋ ਪਹਿਲਾਂ ਸਭ ਤੋਂ। ਆ ਗੁਰੂ ਸਾਹਿਬ ਨੇ, ਗੁਰੂ ਨਾਨਕ ਸਾਹਿਬ ਨੇ ਜਪਜੀ ਸਾਹਿਬ ਵਿੱਚ ਕਿਹਾ ਹੈ ਨਾ ਵੀ ਪਰਮਾਤਮਾ ਨੂੰ ਭੇਟਾ ਕੀ ਕਰਨਾ ਚਾਹੀਦਾ, ਗੁਰੂ ਨੂੰ ਭੇਟਾ ਕੀ ਕਰਨਾ ਚਾਹੀਦਾ। ਚਲੋ ਇਹ ਵੀ ਭੇਟਾ ਮਾਇਆ ਜਾਂ ਵਸਤਰ ਜਾਂ ਹੋਰ ਬਣੀ ਹੈ ਮਰਿਆਦਾ, ਤੁਸੀਂ ਜਿਹਨੂੰ ਮਿਲਦੇ ਹੋ ਕੁਝ ਨਾ ਕੁਝ। ਸਿਆਣੇ ਕਹਿੰਦੇ ਨੇ ਆਪਣੇ ਤੋਂ ਵੱਡੇ ਨੂੰ ਮਿਲ ਜਾਈਏ ਤੇ ਕੁਝ ਨਾ ਕੁਝ ਲੈ ਕੇ ਜਾਣਾ ਚਾਹੀਦਾ, ਭਾਵੇਂ ਇੱਕ ਪੈਸਾ ਹੀ ਹੋਵੇ। ਪਰ ਉਹ ਕਹਿੰਦੇ ਪਰਮਾਤਮਾ ਨੂੰ ਕੀ ਭੇਟਾ ਦਈਏ? ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਫਿਰ ਕੇ ਕੱਕੇ ਨੂੰ ਸਿਹਾਰੀ ਹੈ। ਜਿਨ੍ਹਾਂ ਨੇ ਬਾਣੀ ਥੋੜੀ ਜਿਹੀ ਵੀ ਧਿਆਨ ਨਾਲ ਪੜ੍ਹਦੇ ਹੋ ਵੇਖੋਗੇ, ਜੇ ਕੱਕੇ ਨੂੰ ਬਿਹਾਰੀ ਹੋਵੇਗੀ ਤੇ ਕੀ ਹੋਵੇਗਾ। ਫਿਰ ਆਪਾਂ ਆਪਣੀ ਸਾਡੀ ਸਿੱਧੀ ਬੋਲੀ ਆ ਗਈ ਪੰਜਾਬ ਹਰਿਆਣੇ ਦੀ ਵੀ ਕੀ ਅੱਗੇ ਰੱਖੀਏ, ਆਪਾਂ ਇਸ ਤਰ੍ਹਾਂ ਕਹਿੰਦੇ ਹਾਂ। ਪਰ ਜੇ ਤੁਸੀਂ ਵਿੱਦਿਆ ਦੇ ਮਾਮਲੇ ਵਿੱਚ ਜਾਂਦੇ ਹੋ ਤੇ ਅੱਗੋਂ ਦੀ ਸਿਹਾਰੀ ਆਏਗੀ, ਉੱਥੇ ਕੇ ਬੋਲਣਾ ਪਏਗਾ। ਕੇ ਵੀ ਨਹੀਂ, ਕਿ ਇੱਕ ਤਰ੍ਹਾਂ ਜ਼ੋਰ ਲੱਗੇਗਾ ਤੁਹਾਡਾ। ਬਾਣੀ ਇਸ ਤਰ੍ਹਾਂ ਪੜ੍ਹੀ ਦੀ ਏ। ਹੁਣ ਤਾਂ ਅਸੀਂ ਸੌਖੀ ਕਰਦੇ ਹਾਂ ਸਾਰਾ ਕੁਝ ਵੀ ਇੰਨੇ ਅਖੰਡ ਪਾਠ ਰੱਖਣੇ ਨੇ ਜੀ। ਬਾਹਰਲੇ ਦੇਸ਼ ਮੈਂ ਇੱਕ ਵਾਰੀ ਗਿਆ, ਕਹਿੰਦੇ ਇਸ ਗੁਰਦੁਆਰੇ 100 ਅਖੰਡ ਪਾਠ ਇਕੱਠਾ ਟਿਕਦਾ। ਮੈਂ ਕਿਹਾ ਵੀ 100 ਅਖੰਡ ਪਾਠ ਇੱਥੇ ਟਿਕਦਾ ਹੈ, ਪਾਠੀ ਕਿੰਨੇ ਹੁੰਦੇ ਨੇ? ਕਹਿੰਦੇ ਨੇ ਇਹ ਤੇ ਕਦੀ ਹਿਸਾਬ ਨਹੀਂ ਲਾਇਆ। ਮੈਂ ਕਿਹਾ 100 ਅਖੰਡ ਪਾਠ ਸਾਹਿਬ ਵਾਸਤੇ 500 ਪਾਠੀ ਚਾਹੀਦੇ ਨੇ। ਆਹ ਤੁਸੀਂ, ਮੈਂ ਸਰੀ ਵਿੱਚ ਗਿਆ ਸੀ, ਉੱਥੇ ਆਪਣੇ ਵੈਨਕੂਵਰ ਸਰੀ ਵਿੱਚ। ਮੈਂ ਕਿਹਾ ਮੈਨੂੰ 500 ਪਾਠੀ ਲਿਆ ਕੇ ਦਿਓ, ਕਿੱਥੇ ਨੇ? ਸਾਰੇ ਸ਼ਹਿਰ ਵੀ ਕਹਿੰਦੇ 500 ਤੇ ਨਹੀਂ ਹੋਣਾ। ਮੈਂ ਕਿਹਾ ਉੱਥੇ ਫਿਰ ਕਰਦੇ ਕੀ ਨੇ? ਕਰਦੇ ਕਹਿੰਦੇ ਮੈਂ ਵੀ ਇੱਕ ਥਾਂ ਤੇ ਗਿਆ ਉੱਥੇ, ਚਲੋ ਹੁਣ ਸਾਧੂਆਂ ਦੇ ਥਾਂ ਨੇ, ਉਹਨਾਂ ਤੇ ਕਮਾਈਆਂ ਕੀਤੀਆਂ ਨੇ, ਆਪਾਂ ਕਰਦੇ ਕੀ ਫਿਰਨੇ ਆ? ਕਰਨਾ ਕਰੋ, ਪਾਠ ਜ਼ਿਆਦੇ ਰੱਖਣੇ ਨੇ, ਅਲੱਗ-ਅਲੱਗ ਕਮਰੇ 'ਚ ਰੱਖ ਲਓ, ਕੋਈ ਹਰਜ ਨਹੀਂ ਜ਼ਿਆਦੇ ਪਾਠ ਰੱਖਣੇ। ਬਾਣੀ ਦਾ ਆਪਣਾ ਪ੍ਰਭਾਵ ਹੈ ਅਖੰਡ ਪਾਠ ਸਾਹਿਬ ਕਰਨਾ। ਪਰ ਕਰ ਕਿਵੇਂ ਰਹੇ ਆ? ਕਰਾਉਣ ਵਾਲੇ ਵੀ ਉਵੇਂ ਦੇ ਤੇ ਕਰਨ ਵਾਲੇ ਵੀ ਉਵੇਂ ਦੇ। ਕਰਾਉਣ ਵਾਲੇ ਵੀ ਮੈਂ ਇਸ ਤਰ੍ਹਾਂ ਦੇ ਸੁਣੇ ਨੇ, ਜਿਹੜੇ ਕਹਿੰਦੇ ਭਾਈ ਸਾਹਿਬ ਪਾਠ ਦੇ ਪੈਸੇ ਕਿੰਨੇ ਲੱਗਦੇ ਨੇ? ਉਹ ਕਹਿੰਦੇ 7000 ਜਾਂ ਜਿੰਨਾ ਉਹਨਾਂ ਨੇ ਕਿਹਾ, ਤੇ ਜਿਨ੍ਹਾਂ ਨੇ ਰਖਾਉਣਾ ਸੀ ਉਹ ਸੀ ਅਮੀਰ ਬੜੇ, ਮਾਇਆ ਦੀ ਤਾਂ ਕਮੀ ਨਹੀਂ ਸੀ। ਉਹ ਕਹਿੰਦੇ 7000 ਆਹ ਲਓ, 10000 ਹੋਰ, ਤੇ ਫਰਿੱਜ ਭਰੀ ਪਈ ਸਾਰੀ ਉੱਤੇ ਫਰੂਟ ਦੀ, ਤੇ ਆਹ ਜੇ ਰਸੋਈ ਆਪੇ ਖਾਓ ਤੇ ਆਪੇ ਡਾਓ, ਚਾਹ ਵੀ ਆਪੇ ਬਣਾਉਣੀ ਜੇ, ਤੇ ਜੇ ਟਾਈਮ ਲੱਗਾ ਤੇ ਸਾਨੂੰ ਵੀ ਬਣਾ ਦਿਆ ਜੇ। ਤੁਸੀਂ ਕੀ ਕਰਨਾ ਹੈ?
ਕਹਿੰਦੇ ਪ੍ਰੋਗਰਾਮ ਬੜੇ ਵਧੀਆ ਹੁੰਦੇ ਨੇ ਟੈਲੀਵਿਜ਼ਨ 'ਚ ਥੱਲੇ, ਉਹ ਵੇਖਣੇ ਨੇ ਅਸੀਂ। ਤੁਸੀਂ ਪਾਠ ਕਰੋ, ਉਹ ਪਾਠੀ ਕਹਿੰਦੇ ਜੀ ਕੋਈ ਗੱਲ ਨਹੀਂ, ਵਧੀਆ ਹੈ, ਨਾਲੇ 10,000 ਰੁਪਈਆ ਵੱਧ ਮਿਲ ਗਿਆ, ਨਾਲੇ ਸਮਾਂਗੇ ਆਰਾਮ ਨਾਲ। ਜਦੋਂ ਕਿ ਸੁਣਨੇ ਨਹੀਂ ਤੇ ਪਾਠ ਕਰੇ ਬੰਦਾ ਕਿਹੜਾ। ਉਹ ਪਾਠ ਜਿਹੜੇ 500 ਟਿਕਦੇ ਆ, ਉਹਦੇ ਅੱਗੇ 500 ਪਾਠੀ ਚਾਹੀਦਾ ਹੈ। ਫਿਰ 500 ਪਾਠੀ ਉੱਥੇ ਹੀ ਰਵੇ। ਤੇ ਜਦੋਂ ਆਪਣੀ ਰੋਲ ਤੁਹਾਡੇ ਜਿਹੜੇ ਪੁਰਾਣੇ ਅਖੰਡ ਪਾਠ ਕਰਦੇ ਸੀ ਨਾ ਗੁਰਮੁਖ, ਉਹਦਾ ਰੋਲ ਦੇਣ ਵਾਲੇ ਤੋਂ ਬਿਨਾਂ ਵੀ ਨਿਤਨੇਮ ਹੁੰਦਾ ਸੀ। 5 ਪਿਆਰਿਆਂ ਦੇ ਨਿਤਨੇਮ ਤੋਂ ਵੀ ਅਲੱਗ, ਵੀ ਇਹ ਪਾਠ ਕਰਨਾ ਇਹਨੇ ਤਾਂ ਅਸਰ ਹੋਵੇਗਾ, ਜੇ ਵੱਖਰਾ ਕੋਈ ਬਾਣੀ ਦਾ ਪਾਠ ਕਰੇਗਾ ਤੇ। ਪਰ ਹੁਣ ਮੈਂ ਕਿਹਾ ਇੰਨੇ ਪਾਠੀ ਕਿੱਥੋਂ ਲਿਆਉਂਦੇ ਨੇ? ਕਹਿੰਦੇ ਆ ਜਾਓ, ਜਿੰਨੇ ਪੱਗ ਬੰਨੀ ਹੈ ਬਹਿ ਜਾਓ, ਜਿਹਨੂੰ ਪੰਜਾਬੀ ਆਉਂਦੀ ਬਹਿ ਜਾਓ। ਮੈਂ ਕਿਹਾ ਪੜ੍ਹਨਗੇ ਕਿਵੇਂ? ਕਹਿੰਦੇ ਇੱਕੋ ਹੀ ਬੜਾ ਪੜ੍ਹਨ ਵਾਲਾ, ਸਿਰੇ ਵਾਲਾ, ਜਦੋਂ ਉਹ ਪੰਨਾ ਪਰਤੇਗਾ ਸਾਰੇ ਹੀ ਪਰਤ ਦੇਣਗੇ। ਇਹ ਤਰੀਕਾ ਵਧੀਆ ਵੀ ਇੱਕ ਪੰਨਾ ਪੜ੍ਹਿਆ ਗਿਆ। ਇਸ ਤਰ੍ਹਾਂ ਬਾਣੀ ਦੀ ਗੱਲ ਕਰ ਰਿਹਾ ਸੀ ਕਿ ਮੂੰਹੋਂ ਕੇ ਬੋਲਣ ਬੋਲੀਐ, ਕੱਕੇ ਨੂੰ ਸਿਹਾਰੀ, ਮੂੰਹ ਫਿਰ ਕੇ ਅੱਗੇ ਰੱਖੀਏ, ਪਰਮਾਤਮਾ ਦੇ ਅੱਗੇ ਭੇਟ ਕੀ ਰੱਖੀਏ? ਜਿਤ ਦਿਸੈ ਦਰਬਾਰ, ਜਿਹੜੀ ਭੇਟਾ ਧਰਨ ਦੇ ਨਾਲ ਵਾਹਿਗੁਰੂ ਦਾ ਦਰ ਦਿਸੇ, ਅਜੇ ਘਰ ਨਹੀਂ ਦਿਸਿਆ। ਪਹਿਲਾਂ ਦਰ ਆਉਂਦਾ ਹੈ, ਦਰ ਮੈਨੇ ਦਰਵਾਜ਼ਾ, ਤੇ ਬਾਰ ਮੈਨੇ ਵੀ ਦਰਵਾਜ਼ਾ। ਆਪਣੀ ਤੁਸੀਂ ਤੇ ਹਰਿਆਣੇ ਵਿੱਚ ਆਉਂਦੇ ਹੋ, ਮੇਰਾ ਵੀ ਪਿੰਡ ਹਰਿਆਣੇ ਵਿੱਚ ਹੀ, ਹਾਵੜੀ ਪਿੱਛੇ। ਤੇ ਅੱਗੇ ਚਲੇ ਜਾਓ ਤੁਸੀਂ ਨਰਵਾਣੇ ਵੱਲ, ਜੀਂਦ ਵਾਲੇ ਪਾਸੇ, ਉੱਥੇ ਦਰਵਾਜ਼ੇ ਨੂੰ ਬਾਰ ਕਹਿੰਦੇ ਨੇ। ਬਾਰ ਮੈਨੇ ਦਰਵਾਜ਼ਾ, ਉਹ ਕਹਿੰਦੇ ਸਿਰਫ ਦਰਵਾਜ਼ਾ ਦਿਸੇਗਾ, ਅਜੇ ਘਰ ਦੇ ਵਿੱਚ ਐਂਟਰੀ ਬਾਅਦ ਵਿੱਚ। ਪਹਿਲਾਂ ਸੋ ਦਰ ਹੈ ਤੇ ਫਿਰ ਸੋ ਘਰ ਹੈ। ਰਹਿਰਾਸ ਸਾਹਿਬ ਪੜ੍ਹੋ, ਪਹਿਲਾਂ ਦਰਵਾਜ਼ੇ ਤੱਕ ਜਾਓਗੇ, ਘਰ ਤੱਕ ਤਾਂ ਹੀ ਜਾਓਗੇ ਨਾ। ਦਰ ਹੈ ਵਾਹਿਗੁਰੂ ਦਾ ਸ਼ਬਦ, ਸ਼ਬਦ ਤੱਕ ਜਾਓਗੇ, ਉੱਥੋਂ ਐਂਟਰੀ ਕਰੇਗੀ ਸੁਰਤ ਪਰਮਾਤਮਾ ਦੇ ਦੇਸ਼ ਵਿੱਚ। ਹੋਰ ਨਹੀਂ ਕਿਤੇ ਜਾ ਸਕਦੀ। ਇੱਥੋਂ ਤਾਂ ਸਰੀਰ ਹੀ ਆਇਆ, ਸਿਰਫ ਆ ਸਰੀਰ ਆ ਗਿਆ। ਹੁਣ ਧਿਆਨ ਜੇ ਇਕਾਗਰ ਹੈ, ਸ਼ਬਦ ਦੇ ਵਿੱਚ ਜਾ ਰਿਹਾ ਹੈ, ਅਭਿਆਸ ਕਰਦਾ ਸਿੱਖ, ਰੋਜ਼ ਨਿਤਨੇਮ ਵੀ ਕਰਦਾ, ਬਾਣੀ ਵੀ ਪੜ੍ਹਦਾ, ਤਾਂ ਉਹ ਸੁਰਤੀ ਇਕਾਗਰ ਹੋ ਕੇ ਸ਼ਬਦ ਵਿੱਚ ਇੱਕਮਿਕ ਹੋਣੀ ਸ਼ੁਰੂ ਹੋ ਜਾਂਦੀ ਹੈ। ਤੇ ਜਦੋਂ ਸ਼ਬਦ ਵਿੱਚ ਇੱਕਮਿਕ ਹੁੰਦੀ ਹੈ ਤਾਂ ਸਰੀਰ ਸਾਰਾ ਪ੍ਰਕਾਸ਼ ਨਾਲ ਭਰਿਆ ਜਾਂਦਾ। ਫਿਰ ਦੇਸ਼ ਵਿੱਚ ਚਲਾ ਗਿਆ, ਵਾਹਿਗੁਰੂ ਦੇ ਦੇਸ਼ ਵਿੱਚ। ਸੋ ਦਰ ਤੇਰਾ ਕਿਹਾ, ਸੋ ਘਰ ਕਿਹਾ। ਘਰ ਵੱਖਰਾ ਤੇ ਦਰ ਵੱਖਰਾ ਹੈ। ਪਹਿਲਾਂ ਆਪਾਂ ਦਰ ਤੱਕ ਜਾਣਾ, ਦਰਵਾਜ਼ੇ ਤੱਕ ਜਾਣਾ। ਦਰਵਾਜ਼ੇ ਤੋਂ ਬਿਨਾਂ ਤੁਸੀਂ ਬਿਲਡਿੰਗ ਵਿੱਚ ਐਂਟਰੀ ਨਹੀਂ ਕਰ ਸਕਦੇ। ਪਰਮਾਤਮਾ ਵਿੱਚ ਤੁਸੀਂ ਸ਼ਬਦ ਤੋਂ ਬਿਨਾਂ ਐਂਟਰੀ ਨਹੀਂ ਕਰ ਸਕਦੇ, ਜਿੰਨਾ ਚਿਰ ਤੁਹਾਡੇ ਕੋਲ ਸ਼ਬਦ ਸੁਰਤ ਦਾ ਅਭਿਆਸ ਨਹੀਂ ਹੈ, ਭਾਵੇਂ ਆਪਾਂ ਕਿੰਨੀਆਂ ਮਰਜ਼ੀ ਗੱਲਾਂ ਕਰੀਏ ਜੀ। ਉਹ ਕਹਿੰਦੇ ਮੂੰਹੋਂ ਫਿਰ ਕੇ ਅੱਗੇ ਰੱਖੀਏ, ਜਿਤ ਦਿਸੈ ਦਰਬਾਰ, ਮੂੰਹ ਕੇ ਬੋਲਣ ਬੋਲੀਏ, ਜਿਤ ਸੁਣ ਧਰੇ ਪਿਆਰ। ਮੂੰਹ ਤੋਂ ਕੀ ਬੋਲੀਏ ਕਿ ਪਰਮਾਤਮਾ ਸਾਨੂੰ ਪਿਆਰ ਕਰਨ ਲੱਗ ਪਵੇ। ਇਹ ਬੜੀ ਵੱਡੀ ਘਟਨਾ ਜਦੋਂ ਪਰਮਾਤਮਾ ਬੰਦੇ ਨੂੰ ਪਿਆਰ ਕਰਦਾ। ਇਹ ਤਾਂ ਆਪਾਂ ਕਰਨੇ ਆ ਨਾ ਸਾਰੇ। ਇਸ ਲਈ ਬਾਬਾ ਸੁੱਚਾ ਸਿੰਘ ਜੀ, ਰੱਬ ਦੇ ਪਿਆਰੇ ਜਿਨ੍ਹਾਂ ਦੇ ਦਾਸ ਨੇ ਸੰਗਤ ਕੀਤੀ ਕੋਈ ਸਮਾਂ, ਉਹ ਗੱਲ ਕਿਹਾ ਕਰਦੇ ਸੀ, ਕਹਿੰਦੇ ਸਿੱਖਾ ਤੂੰ ਆਪ ਤੇ ਕਹੀ ਜਾਂਦਾ ਮੈਂ ਗੁਰੂ ਗ੍ਰੰਥ ਸਾਹਿਬ ਨੂੰ ਬੜਾ ਪਿਆਰ ਕਰਨਾ, ਸਵਾਦ ਉਦੋਂ ਆਉਣਾ ਜਿੱਦਣ ਤੈਨੂੰ ਗੁਰੂ ਨੇ ਕਿਹਾ ਵੀ ਸਿੱਖਾ ਮੈਂ ਤੈਨੂੰ ਬਹੁਤ ਪਿਆਰ ਕਰਨਾ। ਉਦਣ ਗੱਲ ਬਣਨੀ ਜਿੱਦਣ ਗੁਰੂ ਸਿੱਖ ਨੂੰ ਪਿਆਰ ਕਰਨ ਲੱਗ ਪਿਆ। ਔਰ ਕਰਦਾ, ਕੱਲਾ ਕਰਦਾ ਹੀ ਨਹੀਂ। ਕਬੀਰ ਸਾਹਿਬ ਨੂੰ ਇਹ ਜਿਹੜੇ ਅੱਜ ਇੰਨੇ ਥਾਵਾਂ ਤੇ, ਮੈਂ ਕੱਲ ਵੀ ਗਿਆ ਸੀ, ਉੱਥੇ ਵੀ ਬਾਬਾ ਈਸ਼ਰ ਸਿੰਘ ਹੋਰਾਂ ਦੀ, ਬਾਬਾ ਸੰਤੋਖ ਸਿੰਘ ਹੋਰਾਂ ਦੀ ਬਰਸੀ। ਇੰਨੇ ਥਾਵਾਂ ਤੇ ਲੋਕ ਕਿਉਂ ਮਨਾ ਰਹੇ ਨੇ? ਨਿੰਦਿਆ ਵੀ ਬੜੀ ਕਰਨ ਵਾਲੇ ਲੋਕ ਨੇ, ਫਿਰ ਵੀ ਸੰਗਤ ਆ ਰਹੀ। ਕਿਉਂਕਿ ਜੇ ਕਿਤੇ ਮਿੱਠਾ ਹੈ ਨਾ, ਉੱਥੇ ਸਾਧ ਸੰਗਤ ਜੀ ਮਿੱਠੇ ਵਾਲੀ ਥਾਂ ਤੇ ਆਪਣੇ ਆਪ ਕੀੜੀਆਂ ਆ ਜਾਣਗੀਆਂ। ਜੇ ਮਿੱਠਾ ਹੈ, ਤੁਸੀਂ ਲੱਖ ਵਾਰੀ ਉਹਨਾਂ ਨੂੰ ਡੱਕੋ, ਕਿਤੇ ਬੜਾ ਰੌਲਾ ਪਾਓ, ਨਿੰਦਿਆ ਕਰੋ ਮਿੱਠੇ ਦੀ, ਮਿੱਠਾ ਬੜਾ ਭੈੜਾ ਹੈ ਜੀ, ਇਹ ਪਖੰਡ ਹੈ ਜੀ, ਆਹ ਹੈ ਫਲਾਣਾ, ਜੋ ਮਰਜ਼ੀ ਕਰ ਲਓ, ਕੁਝ ਨਹੀਂ ਵਿਗੜਦਾ। ਅਸਲੀਅਤ ਹੋਵੇ, ਐਵੇਂ ਗੁੜ ਜਾਲੀ ਨਾ ਹੋਵੇ ਕਿਤੇ, ਫਿਰ ਤੇ ਕਿੰਨੇ ਹੋਣਾ ਜੇ ਮਿੱਟੀ ਦੇ ਡਲਾ ਹੋਵੇ ਤਾਂ।
ਕਬੀਰ ਸਾਹਿਬ ਦੇ ਜੀਵਨ ਦੇ ਵਿੱਚ ਉਹਨਾਂ ਨੂੰ ਕਿਸੇ ਨੇ ਪੁੱਛਿਆ ਬਈ ਪਰਮਾਤਮਾ ਨੂੰ ਕਦੀ ਤੁਸੀਂ ਮਿਲੇ ਹੋ? ਤੇ ਕਬੀਰ ਸਾਹਿਬ ਜਿਹੜੇ ਨਾ ਇੱਕ ਕ੍ਰਾਂਤੀਕਾਰੀ ਤੇ ਐਲਾਨੀ ਭਗਤ ਸਨ, ਐਲਾਨ ਕਰ ਦਿੰਦੇ ਸਨ, ਜਿਹੜਾ ਹੋਇਆ ਸੀ ਪਰਵਾਹ ਨਹੀਂ ਸਨ ਕਰਦੇ, ਗੱਲ ਖੋਲ ਕੇ ਕਰ ਦਿੰਦੇ ਸੀ। ਉਹਨਾਂ ਨੇ ਇੱਕ ਗੱਲ ਕਹੀ, ਕਹਿੰਦੇ ਬੜੇ ਸਾਲ ਅਸੀਂ ਰੱਬ ਨੂੰ ਆਵਾਜ਼ਾਂ ਮਾਰੀਆਂ ਨੇ, ਬੜੇ ਸਾਲ ਅਸੀਂ ਪਰਮਾਤਮਾ ਨੂੰ ਆਵਾਜ਼ਾਂ ਮਾਰੀਆਂ ਨੇ, ਉਹਨੂੰ ਸੱਦਿਆ, ਫਿਰ ਉਹ ਆ ਗਿਆ, ਫਿਰ ਆਇਆ, ਅਸੀਂ ਉਹਦੇ ਨਾਲ ਅਸੀਂ ਗੱਲਬਾਤ ਵੀ ਕੀਤੀ ਹੈ, ਮਿਲੇ ਵੀ ਆ। ਹੁਣ ਕਿਵੇਂ ਚੱਲਦੀ ਗੱਲ? ਕਹਿੰਦੇ ਫਿਰ ਆ ਕੇ ਚਲਾ ਜਾਂਦਾ? ਕਹਿੰਦੇ ਆ ਕੇ ਚਲਾ ਨਹੀਂ ਜਾਂਦਾ। ਰੱਬ ਐਸਾ ਜਿਹੜਾ ਇੱਕ ਵਾਰੀ ਜਿਸ ਦੇ ਕੋਲ ਆ ਜਾਏ ਪਰਤ ਕੇ ਉਹਨੂੰ ਛੱਡ ਕੇ ਨਹੀਂ ਜਾਂਦਾ। ਉਹ ਸਦਾ ਅੰਗ ਸੰਗੇ ਅਪੰਗੰ ਬੇਭੂਤੇ, ਨਾਲ ਰਹਿੰਦਾ ਸਦਾ। ਤੇ ਕਬੀਰ ਸਾਹਿਬ ਕਹਿੰਦੇ ਇੱਕ ਹੋਰ ਸੁਣੋ ਗੱਲ, ਕੱਲਾ ਨਾਲ ਨਹੀਂ ਰਹਿੰਦਾ। ਜਦੋਂ ਮੈਂ ਉੱਠ ਕੇ ਤੁਰਨਾ ਨਾ, ਬਾਹਰ ਨੂੰ ਜਾਣਾ, ਤੇ ਮੇਰੇ ਪਿੱਛੇ ਪਿੱਛੇ ਤੁਰਦਾ, ਨਾਲੇ ਆਵਾਜ਼ਾਂ ਮਾਰਦਾ, ਕਬੀਰ ਕਿੱਧਰ ਚੱਲਣਾ ਹੈ? ਮੈਨੂੰ ਵੀ ਨਾਲ ਲੈ ਚੱਲੀ, ਮੈਂ ਤੇਰੇ ਤੋਂ ਬਿਨਾਂ ਰਹਿ ਨਹੀਂ ਸਕਦਾ। ਇਹ ਪਿਆਰ ਹੈ ਰੱਬ ਦਾ ਆਪਣੇ ਭਗਤਾਂ ਦੇ ਨਾਲ। ਇਹ ਬਾਣੀ ਦਾ ਸਲੋਕ ਹੈ। ਕਈ ਵਾਰੀ ਇੱਕ ਥਾਂ ਤੇ ਮੈਂ ਥੋੜ੍ਹੇ ਦਿਨ ਹੋਏ ਗਿਆ, ਉੱਥੇ ਮੈਨੂੰ ਕਹਿੰਦੇ ਵੀ ਇੱਥੇ ਮਿਸ਼ਨਰੀ ਵੀਰ ਬਹੁਤ ਜ਼ਿਆਦਾ ਨੇ। ਮੈਂ ਕਿਹਾ ਮਿਸ਼ਨਰੀ ਦਾ ਮਤਲਬ ਤੇ ਪ੍ਰਚਾਰਕ ਹੀ ਹੁੰਦਾ, ਕਿਹੜਾ ਮਾੜੀ ਗੱਲ ਹੈ, ਜੇ ਹੈਣ ਤਾਂ ਠੀਕ ਹੈ ਗੱਲ, ਤਾਂ ਉਹ ਚੰਗੀ ਗੱਲ ਹੈ, ਸਮਝਣਗੇ। ਤਾਂ ਸਲੋਕ ਨੂੰ ਜਦੋਂ ਅਸੀਂ ਕਹਾਣੀ ਵਿੱਚ ਪਾ ਕੇ ਗੱਲ ਕਰਨੇ ਆ ਤਾਂ ਬੰਦੇ ਨੂੰ ਪਤਾ ਲੱਗ ਜਾਂਦਾ ਇਹਦੇ ਅਰਥ ਕੀ ਨੇ। ਹੈ ਤੇ ਗੁਰਬਾਣੀ, ਪਰ ਉਹ ਕਹਿੰਦੇ ਕਹਾਣੀ ਨਹੀਂ ਸੁਣਾਉਣੀ, ਸਿੱਧੇ ਉਹ ਅਰਥ ਕਰੋ ਜਿਹੜੇ ਪ੍ਰੋਫੈਸਰ ਸਾਹਿਬ ਸਿੰਘ ਹੋਰਾਂ, ਹੁਣ ਤੇ ਉਹਨਾਂ ਨੂੰ ਵੀ ਕੋਈ ਨਹੀਂ ਮੰਨਦੇ, ਉਹ ਸੁਣਾਓ, ਉਹਦੇ ਨਾਲ ਪਤਾ ਨਹੀਂ ਲੱਗਣਾ ਕਿਸੇ ਨੂੰ। ਹੁਣ ਇਹ ਸਲੋਕ ਦੇ ਅਰਥ ਮੈਂ ਕੀਤੇ ਨੇ ਤੁਹਾਡੇ ਸਾਹਮਣੇ, ਵੀ ਕਬੀਰ ਦੇ ਪਿੱਛੇ ਰੱਬ ਮਾਰ ਫਿਰਦਾ ਤੇ ਉਹਨੂੰ ਆਵਾਜ਼ਾਂ ਵੀ ਮਾਰਦਾ ਹੈ। ਤੇ ਪੜ੍ਹੋ ਸਲੋਕ ਕਬੀਰ ਸਾਹਿਬ ਜੀ ਦਾ। ਕਬੀਰ ਮਨ ਨਿਰਮਲ ਭਇਆ, ਜੈਸਾ ਗੰਗਾ ਨੀਰ, ਪਾਛੈ ਲਾਗੂ ਹਰ ਫਿਰੈ, ਕਹਿਤ ਕਬੀਰ ਕਬੀਰ। ਇਹ ਆਵਾਜ਼ਾਂ ਹੀ ਮਾਰਦਾ, ਹੋਰ ਕੀ ਕਰਦਾ? ਇਹ ਸਲੋਕ ਇੱਕ ਵਾਰੀ ਸਾਰੇ ਸੰਗਤ ਪਿਆਰ ਦੇ ਨਾਲ ਪੜ੍ਹੋ, ਫਿਰ ਆਪਾਂ ਅੱਗੇ ਵਿਚਾਰ ਸ਼ੁਰੂ ਕਰਾਂਗੇ। ਕਬੀਰ ਮਨ ਨਿਰਮਲ ਭਇਆ, ਕਬੀਰ ਮਨ ਨਿਰਮਲ ਭਇਆ, ਕਬੀਰ ਮਨ ਕਬੀਰ ਮਨ ਨਿਰਮਲ ਭਇਆ, ਕਬੀਰ ਮਨ ਨਿਰਮਲ ਭਇਆ। ਜੈਸਾ ਗੰਗਾ ਨੀਰ, ਜੈਸਾ ਗੰਗਾ ਨੀਰ, ਜੈਸਾ ਪਛ ਲਾਗੋ ਹਰ ਫਿਰੈ, ਪਛ ਲਾਗੋ ਹਰ ਫਿਰੈ, ਪਛ ਕਹਿਤ ਕਬੀਰ ਕਬੀਰ, ਕਹਿਤ ਕਬੀਰ ਕਬੀਰ, ਕਹਿਤ ਕਬੀਰ ਕਹਿਤ ਕਬੀਰ ਕਬੀਰ, ਕਹਿਤ ਕਬੀਰ ਕਬੀਰ। ਹੁਣ ਇਹ ਕਿਵੇਂ ਦੀ ਅਵਸਥਾ ਹੋਵੇਗੀ ਜਦੋਂ ਪ੍ਰਮਾਤਮਾ ਕਬੀਰ ਦਾ ਨਾਮ ਜਪਣ ਲੱਗ ਪਿਆ? ਇਹ ਤਾਂ ਹੋਈ ਜੇ ਪਹਿਲਾਂ ਮਨ ਨਿਰਮਲ ਹੋਇਆ। ਤੇ ਤਾਂ ਜਦੋਂ ਸਾਧ ਸੰਗਤ ਜੀ ਇਸ ਤਰ੍ਹਾਂ ਦੀ ਅਵਸਥਾ ਆਉਂਦੀ ਹੈ ਕਿ ਫਿਰ ਕੇ ਅੱਗੇ ਰੱਖੀਐ ਜਿਤ ਦਿਸੈ ਦਰਬਾਰ, ਪਰਮਾਤਮਾ ਦਾ ਦਰਬਾਰ ਕਿਵੇਂ ਦਿਸੇ, ਕਿਹੜੀ ਭੇਟਾ ਧਰੀਏ ਤੇ ਕੀ ਬੋਲੀਏ? ਤੇ ਮਹਾਰਾਜ ਅੱਗੇ ਫਿਰ ਇਹਦਾ ਜਵਾਬ ਦਿੰਦੇ ਆ। ਸਾਰੀਆਂ ਚੀਜ਼ਾਂ ਦੇ ਸਵਾਲ ਤੇ ਜਵਾਬ ਨੇ ਗੁਰਬਾਣੀ ਵਿੱਚ, ਸਾਰੇ ਸਵਾਲ ਜਵਾਬ ਲਿਖੇ ਹੋਏ ਨੇ। ਸਵਾਲ ਵੀ ਆਪ ਕੀਤਾ ਤੇ ਜਵਾਬ ਵੀ ਆਪ ਕੀਤਾ ਹੈ। ਪਹਿਲੀ ਪੌੜੀ ਤੁਸੀਂ ਪੜ੍ਹ ਲਓ, ਉਹਦੇ ਵਿੱਚ
ਇੱਕ ਸਵਾਲ ਦੇ ਜਵਾਬ ਵਿੱਚ ਮਹਾਰਾਜ ਨੇ ਸਵਾਲ ਕੀਤਾ, ਕਿਵ ਸਚਿਆਰਾ ਹੋਈਐ ਕਿਵ ਕੂੜਾ ਟੁੱਟੈ ਪਾਲ। ਇਹ ਕੁਐਸਚਨ ਹੈ। ਜਵਾਬ ਦਿੱਤਾ ਹੈ ਕਿ ਹੁਕਮ ਰਜਾਈ ਚੱਲਣਾ ਨਾਨਕ ਲਿਖਿਆ ਨਾਲ। ਪਹਿਲਾਂ ਜਿਹੜੀਆਂ 3-4 ਗੱਲਾਂ ਕੀਤੀਆਂ, ਮੈਂ ਉਧਰ ਗਿਆ ਤੇ ਫਿਰ ਸਾਰਾ ਟਾਈਮ ਉਧਰ ਲੱਗ ਜਾਊ। ਉਹਦੇ ਵਿੱਚ ਇਹ ਕਿਹਾ ਵੀ ਇਸ ਤਰ੍ਹਾਂ ਨਹੀਂ ਹੁੰਦਾ ਇਹਨਾਂ ਗੱਲਾਂ ਨਾਲ, ਸੋਚਿਆ ਸੋਚ ਨਾ ਹੋਵੇ, ਚੁੱਪੈ ਚੁੱਪ ਨਾ ਹੋਵੇ, ਭੁੱਖਿਆ ਭੁੱਖ ਨਾ ਉਤਰੀ, ਇਹਨਾਂ ਨਾਲ ਨਹੀਂ ਹੁੰਦਾ। ਉਹ ਸਚਿਆਰੇ ਸ਼ੁੱਧ, ਸਚਿਆਰੇ ਦਾ ਮਤਲਬ ਇੱਥੇ ਸ਼ੁੱਧ ਹੋਣਾ ਹੈ, ਖਾਲਸ ਹੋ ਜਾਣਾ, ਪਵਿੱਤਰ ਹੋ ਜਾਣਾ। ਇਸ ਤਰ੍ਹਾਂ ਹੁੰਦੀ ਗੱਲ ਬਣਦੀ। ਬਾਣੀ ਸਾਰੀ ਸਵਾਲ ਜਵਾਬ ਹੈ। ਪਿੱਛੇ ਜਿਹੀ ਗੁਰੂ ਸਾਹਿਬ ਦੀ ਪ੍ਰੇਰਨਾ ਦੇ ਨਾਲ ਕੁਝ ਸਿੰਘ ਨਾਲ ਜੁੜ ਗਏ, ਇਸ ਤਰ੍ਹਾਂ ਮਿਲ ਕੇ ਇੱਕ ਸੰਗਤ ਜੀ ਬਣ ਗਈ, ਸਾਹਿਬਜ਼ਾਦੇ ਸੇਵਾ ਦਲ ਇੱਕ ਟਰਸਟ ਬਣਿਆ ਹੋਇਆ। ਤਾਂ ਅਸੀਂ ਫਿਰ ਪ੍ਰਚਾਰ ਵਾਸਤੇ ਜਦੋਂ ਸੰਗਤ ਇਕੱਠੀ ਹੁੰਦੀ ਨਾ, ਪ੍ਰਚਾਰ ਜਿਹੜਾ ਹੈ ਉਹ ਸੰਗਤ ਵਿੱਚ ਹੀ ਹੁੰਦਾ ਹੈ। ਕਿਹਾ ਸਾਨੂੰ ਵੀ ਬੜਿਆਂ ਨੇ ਵੀ ਇਹ ਆਪਣੀ ਦੁਕਾਨ ਖੋਲ ਕੇ ਬਹਿ ਗਏ ਨੇ ਫਲਾਣਾ, ਤੇ ਕਿਸੇ ਹੋਰ ਨਹੀਂ ਕਿਹਾ, ਸਾਡੇ ਪ੍ਰਚਾਰਕਾਂ ਨੇ ਕਿਹਾ ਆਪਣਿਆਂ ਨੇ, ਜਿਹੜੇ ਜਿਨ੍ਹਾਂ ਨੂੰ ਇਹ ਲੱਗਾ ਵੀ ਕਿਤੇ ਸਾਡੀ ਮੰਜੀ ਥੱਲੇ, ਸਾਡੇ ਥੱਲੇ ਉਹਨਾਂ ਨਿਕਲ ਜਾ ਕਿਤੇ। ਉਹ ਸਾਧ ਸੰਗਤ ਜੀ ਉਦੋਂ ਫਿਰ ਅਸੀਂ ਵਿਚਾਰ ਗੋਸ਼ਟੀਆਂ ਨਾ, ਸਵਾਲ ਜਵਾਬ ਜਿਹੜਾ ਹੈ ਉਹਦਾ ਇੱਕ ਸਿਲਸਿਲਾ ਸ਼ੁਰੂ ਕੀਤਾ ਸੀ। ਕੋਈ 15 ਕੁ ਵਿਚਾਰ ਗੋਸ਼ਟੀਆਂ ਹੋਈਆਂ ਸਵਾਲਾਂ ਜਵਾਬਾਂ ਵਾਲੀਆਂ, ਜਿਹੜੀ ਸੰਗਤ ਨੇ ਸੁਣੀਆਂ ਨੇ ਉਹਨਾਂ ਨੂੰ ਪਤਾ ਹੈ। ਉਹਦੇ ਨਾਲ ਬੜਾ ਫਾਇਦਾ ਹੋਇਆ ਸੰਗਤ ਨੂੰ। ਕਈਆਂ ਨੇ ਕਿਹਾ ਵੀ ਅਸੀਂ 20-20 ਸਾਲਾਂ ਤੋਂ ਇੱਕ ਥਾਂ 'ਤੇ ਖੜੇ ਸੀ, ਜਿਹੜਾ ਵਿਚਾਰ ਗੋਸ਼ਟੀ ਸੁਣ ਕੇ ਸਾਡੇ ਸਵਾਲ ਹੱਲ ਹੋ ਗਏ ਨੇ। ਤੇ ਕਹਿੰਦੇ ਵੀ ਇਹ ਹੋਰ ਹੋਣੀਆਂ ਚਾਹੀਦੀਆਂ। ਮੈਂ ਕਿਹਾ ਸਾਡੀ ਕੌਮ ਨੇ ਛੱਡ ਦਿੱਤੀਆਂ ਵਿਚਾਰ ਗੋਸ਼ਟੀਆਂ। ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਤੇ ਇੱਕ ਪੂਰੀ ਬਾਣੀ ਜਿਹੜੀ ਉਹ ਸਿੱਧ ਗੋਸ਼ਟ ਆਈ, ਗੋਸ਼ਟੀ ਕੀਤੀ ਗੁਰੂ ਸਾਹਿਬ ਨੇ, ਗੱਲਬਾਤ ਕੀਤੀ ਹੈ, ਵਿਚਾਰ ਗੋਸ਼ਟੀ ਕੀਤੀ ਹੈ। ਹਾਂ ਸਾਧ ਸੰਗਤ ਜੀ, ਵਿਚਾਰ ਗੋਸ਼ਟੀ ਹੋਵੇ, ਐਵੇਂ ਉਹ ਮਰੇ ਮਰਾਏ ਸਵਾਲ ਨਾ ਕਰੀ ਜਾਓ 2-3 ਵੀ ਆਹ ਫਲਾਣਾ ਹੁੰਦਾ ਕਿ ਨਹੀਂ ਹੁੰਦਾ, ਆਹ ਹੁੰਦਾ। ਆਪਣਾ ਸਵਾਲ ਕਰੋ, ਫਿਰ ਜਵਾਬ ਮਿਲੇਗਾ। ਜਿਉਂਦਾ ਸਵਾਲ ਕਰੋ, ਜਿਉਂਦਾ ਜਵਾਬ ਲਵੋ ਗੁਰੂ ਸਾਹਿਬ ਦੀ ਕਿਰਪਾ ਨਾਲ। ਉਹਦੇ ਨਾਲ ਸਾਰੀ ਬਾਣੀ ਵਿੱਚ ਸਵਾਲ ਜਵਾਬ ਹੈ। ਫਿਰ ਅਸੀਂ ਸੋਚਿਆ ਵੀ ਚਲੋ ਅਸੀਂ ਇੱਕ ਕੋਰਸ ਹੀ ਲਿਖ ਦਈਏ ਸੰਗਤ ਦੀ ਸਹੂਲਤ ਵਾਸਤੇ, ਸੌਖਾ। ਉਹ ਕੋਰਸ, ਉਹ ਸਾਧ ਸੰਗਤ ਜੀ, ਉਹ ਕੋਰਸ ਜਿਹੜਾ ਹੈ ਕੋਈ 100 ਕੁ ਦਿਨਾਂ ਦੇ ਵਿੱਚ ਪੂਰਾ ਹੋ ਜਾਂਦਾ। 100 ਦਿਨਾਂ ਵਿੱਚ, 100 ਮੇਰੇ ਖਿਆਲ ਦੇ ਵਿੱਚ 100 ਕੁ ਦਿਨ ਲੱਗਦੇ ਉਹਦੇ। ਵੈਸੇ ਉਹਨੂੰ 3 ਸਾਲਾਂ ਵਿੱਚ ਵੰਡਿਆ, ਪਰ ਉਹਦੇ ਦਿਨ 100 ਹੀ ਲੱਗਦੇ ਨੇ। ਉਹਦਾ ਕਾਰਨ ਇਹ ਹੈ ਵੀ ਉਹਨੂੰ ਬੰਦਾ ਆਮ ਕਾਰੋਬਾਰ ਕੰਮ ਕਰਦਾ ਵੀ ਕਰ ਸਕਦਾ। ਜੇ ਤੁਸੀਂ ਸਿੱਧਾ ਕਰੋ ਤੇ ਫਿਰ 100 ਦਿਨਾਂ ਵਿੱਚ ਹੀ ਹੋ ਜਾਂਦਾ ਹੈ। ਪਰ ਜੇ ਤੁਸੀਂ ਸਾਧ ਸੰਗਤ ਜੀ ਕਰੋ, ਉਹਨੂੰ ਐਤਵਾਰ ਕਰੋ ਇੱਕ ਲੈਸਨ, ਤਾਂ ਫਿਰ ਉਹਨੂੰ, ਜੇ ਮੈਂ ਭੁੱਲਦਾ ਹੋਵਾਂ ਸ਼ਾਇਦ ਗਿਣਤੀ ਯਾਦ ਨਹੀਂ ਰਹਿੰਦੀ, ਉਹ ਫਿਰ ਕੋਈ ਤਕਰੀਬਨ 150 ਕੁ ਦਿਨਾਂ ਵਿੱਚ ਹੁੰਦਾ ਹੈ। 150 ਦਿਨਾਂ ਵਿੱਚ ਉਹਦੇ ਮਹੀਨੇ ਤੁਸੀਂ ਜੋੜ ਲਓ ਕਿੰਨੇ ਬਣਦੇ ਨੇ। 5 ਕੁ ਮਹੀਨੇ ਬਣਦੇ ਨੇ। ਜੇ ਆਪਾਂ ਰੋਜ਼ ਕਰੀਏ ਤਾਂ 5 ਮਹੀਨਿਆਂ 6 ਮਹੀਨਿਆਂ 'ਚ ਹੋ ਜਾਏਗਾ। ਜੇ ਮੰਨ ਲਓ ਕਿਤੇ ਤੁਸੀਂ ਛੁੱਟੀਆਂ ਵੀ ਕੀਤੀਆਂ ਨੇ, ਕਿਤੇ ਗਏ ਹੋ, ਕੰਮ ਪੈ ਗਿਆ, 5-6 ਮਹੀਨਿਆਂ ਵਿੱਚ ਹੋ ਜਾਂਦਾ। ਪਰ ਅਸੀਂ ਉਹਨੂੰ 3 ਸਾਲਾਂ ਵਿੱਚ ਕਰ ਦਿੱਤਾ ਵੀ ਜੇ ਕੋਈ ਬੰਦਾ ਨੌਕਰੀ ਕਰਦਾ ਐਤਵਾਰ ਕਰ ਲਵੇ, ਜੇ ਕੋਈ ਬੱਚਾ ਪੜ੍ਹਦਾ ਤਾਂ ਐਤਵਾਰ ਇੱਕ ਲੈਸਨ ਕਰ ਲਵੇ ਬਸ। ਉਹਦੇ ਵਿੱਚ ਹੀ ਸਾਰਾ ਕੁਝ, ਪੁਸਤਕਾਂ ਵੀ ਤੇ ਵਿੱਚ ਉਹਦੇ ਵਿੱਚ ਤੁਸੀਂ ਪ੍ਰਸ਼ਨਾਂ ਦੇ ਉੱਤਰ ਵੀ ਆਪ ਹੀ ਲਿਖ ਕੇ ਦੇ ਦੇਣੇ ਸਾਨੂੰ, ਪੇਪਰ ਵੀ ਤੁਹਾਡੇ ਵਿੱਚ ਹੀ ਹੋ ਜਾਣੇ। ਉਹ ਕੋਰਸ ਜਿਨ੍ਹਾਂ ਨੇ ਕੀਤਾ ਹੁਣ ਤੱਕ, ਜਿਹੜੀ ਸੰਗਤ ਨੇ, ਉਹਨਾਂ 'ਚੋਂ ਜਿਹੜੇ ਗ੍ਰੰਥੀ ਸਿੰਘਾਂ ਨੇ ਕੀਤਾ ਉਹ ਤੇ ਕਥਾਵਾਚਕ ਬਣ ਗਏ ਸਾਧ ਸੰਗਤ ਜੀ। ਕਿਉਂ? ਉਹਦੇ ਵਿੱਚ ਗੁਰਬਾਣੀ ਨੂੰ ਸਰਲ ਕੀਤਾ ਹੋਇਆ, ਉਹਦੇ ਵਿੱਚ ਹੋਰ ਕੋਈ ਆਪਣੇ ਕੋਲੋਂ ਕੋਈ ਵੱਖਰਾ ਨਹੀਂ ਕੋਈ ਪਾਇਆ। ਗੁਰਬਾਣੀ ਨੂੰ ਸਰਲ ਕੀਤਾ। ਜਿਹੜੀ ਆਮ ਸੰਗਤ ਨੇ ਕੀਤਾ ਉਹਨਾਂ ਨੂੰ ਵੀ ਸੰਤੁਸ਼ਟੀ ਮਿਲੀ ਹੈ। ਤਾਂ ਇਹ ਮੈਂ ਗੱਲ ਜਿਹੜੀ ਕਰ ਰਿਹਾ ਸੀ ਵੀ ਸਵਾਲ ਜਵਾਬ ਨੇ ਗੁਰਬਾਣੀ ਦੇ ਅੰਦਰ। ਮੂੰਹੋਂ ਕੇ ਬੋਲਣ ਬੋਲੀਆ ਜਿਤ ਸੁਣ ਧਰੇ ਪਿਆਰ। ਤੇ ਸਭ ਤੋਂ ਫਿਰ ਜਿਹੜੀ ਚੀਜ਼ ਮਹਿੰਗੀ ਉਹ ਭੇਟਾ ਕਰਨੀ ਪੈਂਦੀ, ਉਹਨੂੰ ਕਹਿੰਦੇ ਅੰਮ੍ਰਿਤ ਵੇਲਾ ਸੱਚ ਨਾਮ ਵਡਿਆਈ ਵਿਚਾਰ। ਅੰਮ੍ਰਿਤ ਵੇਲੇ ਉੱਠ ਕੇ ਸੱਚਾ ਨਾਮ ਜਪਣਾ, ਪਰਮਾਤਮਾ ਦੀ ਵਡਿਆਈ ਕਰਨੀ ਤੇ ਵਿਚਾਰ ਕਰਨੀ, ਇਹ ਭੇਟਾ ਦੇਣੀ ਹੈ। ਅੰਮ੍ਰਿਤ ਵੇਲੇ ਦੀ ਨੀਂਦ ਭੇਟਾ ਦੇਣੀ ਹੈ। ਅੰਮ੍ਰਿਤ ਵੇਲੇ ਉੱਠਣਾ, ਸਵੇਰੇ ਉੱਠਣਾ।
ਇਹ ਭੇਟਾ ਹੈ ਅਕਾਲ ਪੁਰਖ ਦੇ ਦਰ ਤੇ। ਜਦੋਂ ਇਹਨੂੰ ਪਕਾਉਂਦੇ ਨੇ ਤਾਂ ਸਾਧ ਸੰਗਤ ਜੀ ਫਿਰ ਰੱਬ ਦੇ ਪਿਆਰੇ ਜਦੋਂ ਕਮਾਈ ਕਰਦੇ ਨੇ ਅੰਮ੍ਰਿਤ ਵੇਲੇ ਦੇ ਵਿੱਚ, ਤਾਂ ਫਿਰ ਗੁਰੂ ਸਾਹਿਬ ਉਹਨਾਂ ਬਾਰੇ ਇਹ ਵੀ ਕਹਿੰਦੇ ਨੇ, ਅੰਮ੍ਰਿਤ ਵੇਲੇ ਵੱਤੈ ਕਾ ਬੀਜਿਆ ਭਗਤ ਖਾਏ ਖਰਚ ਰਹੇ ਨਿਖੁੱਟਤ ਨਾਹੀਂ। ਜੇ ਤੁਸੀਂ ਅੰਮ੍ਰਿਤ ਵੇਲੇ ਜਿੰਨੀਆਂ ਤੁਹਾਡੀਆਂ ਸਮੱਸਿਆਵਾਂ ਨੇ, ਅੱਜ ਕੱਲ੍ਹ ਬੰਦੇ ਦੀਆਂ ਸਮੱਸਿਆਵਾਂ ਬਹੁਤ ਨੇ, ਕੋਈ ਵੀ ਸਮੱਸਿਆ ਹੈ, ਸਰੀਰਕ ਵੀ ਹੋ ਸਕਦੀ ਹੈ, ਮਨ ਦੀ ਵੀ ਹੋ ਸਕਦੀ ਹੈ, ਜਾਂ ਕਾਲ ਕਲੇਸ਼ ਵੀ ਹੋ ਸਕਦਾ, ਜਾਂ ਹੋਰ ਕੋਈ ਰੁਕਾਵਟ ਵੀ ਹੋ ਸਕਦੀ ਹੈ। ਇਹ ਤਿੰਨ ਮੈਂ ਤੁਹਾਨੂੰ ਗੁਰੂ ਸਾਹਿਬ ਦੀ ਹਜ਼ੂਰੀ ਵਿੱਚ ਕਹਿਣ ਲੱਗਾ ਵੀ 100% ਹੱਲ ਹੋ ਜਾਏਗੀ। ਹੋ ਵੀ ਜਾਂਦੀ ਹੈ, ਪਰ ਮੈਂ ਵਿੱਚ ਇਹ ਕਿਹਾ ਵੀ ਕਿਤੇ ਕਿਤੇ ਨਹੀਂ ਹੁੰਦੀ, ਕਿਉਂਕਿ ਮਹਾਰਾਜ ਦੀ ਹਜ਼ੂਰੀ ਹੈ। ਤੇ ਵੈਸੇ ਵੀ ਗੱਲ ਉਹੀ ਕਰਨੀ ਹੋਣੀ ਚਾਹੀਦੀ ਹੈ ਜਿਹੜੀ ਵੈਲਿਡ ਹੋਵੇ, ਜਿਹੜੀ ਹੋ ਸਕੇ, ਕਿਉਂਕਿ ਅਲੱਗ-ਅਲੱਗ ਬੰਦੇ ਦੀ ਜਿਹੜੀ ਕਰਮ ਸ਼ੈਲੀ ਅਲੱਗ ਤੋਂ ਹੁੰਦੀ, ਉਹਦੇ ਭਾਗ ਵੱਖਰੇ ਵੱਖਰੇ ਹੁੰਦੇ ਨੇ। ਕਈਆਂ ਤੇ ਇੱਕ ਮਰੀਜ਼ ਉਹ ਦਵਾਈ ਲੈਂਦਾ 2 ਦਿਨਾਂ ਵਿੱਚ ਠੀਕ ਹੋ ਜਾਂਦਾ, ਦੂਜਾ ਮਰੀਜ਼ ਉਹ ਦਵਾਈ ਸਾਲ ਲੈਂਦਾ ਫਿਰ ਵੀ ਨਹੀਂ ਠੀਕ ਹੁੰਦਾ, ਕਿਉਂਕਿ ਉਹਦਾ ਰੋਗ ਬੜਾ ਪੁਰਾਣਾ ਹੁੰਦਾ। ਇਸ ਤਰ੍ਹਾਂ ਅੰਮ੍ਰਿਤ ਵੇਲੇ ਜਾਗਣ ਦੇ ਨਾਲ ਸਾਧ ਸੰਗਤ ਜੀ ਸਰੀਰਕ ਜਿਹੜੀਆਂ ਲੋੜਾਂ ਨੇ ਬੰਦੇ ਦੀਆਂ, ਉਹਦੇ ਵਿੱਚ ਸਾਰੀਆਂ ਚੀਜ਼ਾਂ ਦਾ ਹੱਲ ਆ ਜਾਂਦਾ। ਜੇ ਅਸੀਂ ਅੰਮ੍ਰਿਤ ਵੇਲੇ ਜਾਗੀਏ ਤੇ ਇੱਕ ਦਸਵੰਧ ਕੱਢੀਏ, 2 ਕੰਮ ਕਰ ਲਈਏ। ਦਸਵੰਧ ਕੱਢਣਾ, ਦਸਵੰਧ ਦਾ ਮਤਲਬ ਹੁੰਦਾ ਵੀ ਜੇ ਆਪਾਂ 1000 ਰੁਪਈਆ ਕਮਾਉਂਦੇ ਹਾਂ ਤੇ 100 ਗੁਰੂ ਵਾਸਤੇ ਵੱਖਰਾ ਉਸੇ ਵੇਲੇ ਕਰ ਦੇਣਾ। ਪਰ ਗੱਲ ਇਹ ਹੈ, 1000 ਆਉਂਦਾ ਹੋਵੇ ਤੇ 100 ਕੱਢਣਾ ਸੌਖਾ ਹੈ। ਜਿੱਦਣ ਕਰੋੜ ਆਉਂਦਾ ਹੈ ਨਾ, ਉਦਣ ਫਿਰ 10 ਲੱਖ ਕੱਢਣਾ ਬੜਾ ਔਖਾ ਹੈ। ਅਗਲੇ ਕਹਿੰਦੇ 10 ਲੱਖ ਗਿਆ, ਉਹ ਤਾਂ ਅੰਦਰ ਹਿੱਲ ਜਾਂਦਾ ਬੰਦੇ ਦਾ। ਇਹ ਤਾਂ ਨਿਕਲਦਾ ਜੇ ਆਪਾਂ ਕਹੀਏ ਬਈ ਇਹ ਕਰੋੜ ਸੀ ਗੁਰੂ ਨਾਨਕ ਸਾਹਿਬ ਦਾ, ਤੇ ਉਹਨਾਂ ਨੇ ਕਿਰਪਾ ਕਰਕੇ 10 ਲੱਖ ਰੱਖ ਲਿਆ ਤੇ ਬਾਕੀ ਮੈਨੂੰ ਦੇ ਦਿੱਤਾ, ਫਿਰ ਤਾਂ ਨਿਕਲ ਜਾਂਦਾ। ਜੇ ਇਹ ਕਹਿੰਦਾ ਨਾ ਮੈਂ ਦਿੱਤਾ 10 ਲੱਖ, ਬਸ ਮੈਂ ਦੇ ਨਾਲ ਹੀ ਬੰਦਾ ਫਸ ਗਿਆ ਆਪ ਹੀ। ਫਿਰ ਇਹ 2 ਚੀਜ਼ਾਂ ਕਰੇ ਨਾ, ਦਸਵੰਧ, ਲੋੜਵੰਦਾਂ ਦੀ ਸੇਵਾ, ਕੁਝ ਗੁਰੂ ਘਰ ਦੇ ਵਿੱਚ ਵੀ ਰੱਖੇ। ਇਹਦੇ ਵਿੱਚ ਸਾਡੇ ਹੁਣ ਪ੍ਰਚਾਰਕ ਇਸ ਤਰ੍ਹਾਂ ਨਾਸਤਿਕ ਜਿਹੀਆਂ ਗੱਲਾਂ ਕਰਨ ਲੱਗ ਪਏ ਨੇ, ਕਹਿੰਦੇ ਦਸਵੰਧ ਗੁਰਦੁਆਰੇ ਨਾ ਦਿਆ ਕਰੋ। ਇੱਕ ਪ੍ਰਚਾਰਕ ਸੀ ਪਿੱਛੇ ਜਿਹੀ, ਉਹ ਕਹਿੰਦਾ ਸੀ ਗੁਰਦੁਆਰੇ ਪੈਸੇ ਨਾ ਚੜਾਓ, ਹਰਿਮੰਦਰ ਸਾਹਿਬ ਪੈਸੇ ਨਾ ਚੜਾਇਆ ਕਰੋ, ਇੰਨੀ ਮਾਇਆ ਤੁਸੀਂ ਚੜਾਉਂਦੇ ਹੋ, ਖਾ ਤੇ ਉਹ ਬਾਦਲ ਨੇ ਜਾਣੀ ਹੈ। ਚਲੋ ਖਾਂਦਾ ਵੀ ਹੋਏਗਾ, ਕੋਈ ਖਾਏ, ਪਰ ਸਾਧ ਸੰਗਤ ਜੀ ਕਦੀ ਸੋਚੋ, ਉੱਥੇ ਇੱਕ ਬੰਦਾ ਜਾਂਦਾ, ਜਦੋਂ ਕੁਝ ਬੰਦੇ ਨੇ ਜਿਹੜੇ 100 ਦਾ ਨੋਟ ਮੱਥਾ ਟੇਕਦੇ ਹੋਣਗੇ ਜਾਂ 500 ਟੇਕਦੇ, ਆਮ ਬੰਦਾ 10 ਰੁਪਏ ਟੇਕਦਾ, ਜਿਵੇਂ ਦੀ ਉਹਦੀ ਵਿੱਤ ਹੈ ਉਹਦੇ ਮੁਤਾਬਕ। 10 ਰੁਪਏ ਮੱਥਾ ਟੇਕਣੇ ਨਾ ਆਪਾਂ, 10 ਰੁਪਏ ਮੱਥਾ ਟੇਕ ਕੇ ਤੇ ਜੇ ਉਹਨੇ 2 ਟਾਈਮ ਲੰਗਰ ਛਕਿਆ ਉੱਥੇ, ਉਹ ਕਿੰਨੇ ਦਾ ਹੋਇਆ? ਫਿਰ ਜੇ ਹੋਟਲ ਤੇ 2 ਟਾਈਮ ਛਕ ਕੇ ਵੇਖੋ, ਤੁਹਾਨੂੰ ਪਤਾ ਲੱਗ ਜਾਏਗਾ, ਉਹਨਾਂ ਨੇ 1500 ਨੂੰ ਬਿੰਦੀ ਲਾ ਦੇਣੀ ਹੈ। ਉੱਥੇ 10 ਰੁਪਈਆਂ ਦਾ ਛਕ ਲਿਆ। ਇੱਥੇ ਮੈਂ ਸ਼੍ਰੋਮਣੀ ਕਮੇਟੀ ਦਾ ਮੈਂ ਪ੍ਰਚਾਰਕ ਹੋ ਕੇ ਉਹਨਾਂ ਦੀ ਸਪੋਰਟ ਨਹੀਂ ਕਰ ਰਿਹਾ। ਉਹ ਜਿਹੜੇ ਬੰਦੇ ਨੇ ਦੂਜੇ ਕੰਮ ਕਰਨ ਵਾਲੇ, ਉਹਨਾਂ ਨਾਲ ਸਾਡਾ ਕੋਈ ਸੰਬੰਧ ਨਹੀਂ, ਤੇ ਨਾ ਹੀ ਮੈਂ ਉਹਨਾਂ ਦਾ ਮਤਲਬ ਸਪੋਰਟਰ ਹਾਂ। ਹਾਂ, ਬਰਾਬਰ ਦੇ ਭਰਾ ਨੇ, ਦੁਸ਼ਮਣੀ ਕੋਈ ਨਹੀਂ ਹੈ। ਪਰ ਮੈਂ ਇੱਕ ਲੌਜਿਕ ਦੀ ਗੱਲ ਤੁਹਾਡੇ ਨਾਲ ਕਰਨਾ ਵੀ ਇੰਨਾ ਕੋਈ ਪੈਸਾ ਨਹੀਂ ਹੁੰਦਾ ਜਿਹੜਾ ਵੀ ਕੋਈ ਕਰੋੜਾਂ ਅਰਬਾਂ ਰੁਪਈਆ ਉੱਥੋਂ ਖਾ ਜਾਂਦਾ ਹੋਵੇ। ਉੱਥੇ ਖਰਚਾ ਵੀ ਬੜਾ ਹੁੰਦਾ। ਆ ਗੁਰੂ ਘਰ ਦੇ ਪ੍ਰਬੰਧਕ ਨੇ, ਇਹਨੂੰ ਪਤਾ ਹੋਣਾ ਕਿੰਨੇ ਖਰਚੇ ਆਉਂਦੇ ਗੁਰਦੁਆਰੇ ਦੇ। ਤਾਂ ਇਹ ਨਹੀਂ ਕਿ ਤੁਸੀਂ ਜੇ ਦਸਵੰਧ ਕੱਢਣਾ ਤੇ ਗੁਰਦੁਆਰੇ ਦੇਣੇ ਨਹੀਂ ਜੀ, ਅਸੀਂ ਤੇ ਗਰੀਬਾਂ ਨੂੰ ਦੇਣਾ। ਗੁਰੂ ਘਰ ਵੀ ਦਿਓ, ਗਰੀਬਾਂ ਨੂੰ ਵੀ ਦਿਓ, ਗਰੀਬਾਂ ਦੇ ਬੱਚੇ ਪੜ੍ਹਾਉਣੇ ਉੱਥੇ ਵੀ ਪੜ੍ਹਾ ਦਿਓ, ਪਰ ਗੁਰਦੁਆਰੇ ਸਾਹਿਬ ਭੇਟਾ, ਗੁਰੂ ਨੂੰ ਭੇਟਾ ਜ਼ਰੂਰ ਦਿਓ। ਗੁਰੂ ਨੂੰ ਗੁਰੂ ਰਹਿਣ ਦਿਓ, ਗਰੀਬਾਂ ਨੂੰ ਗਰੀਬਾਂ ਵਾਲੀ ਥਾਂ ਤੇ ਰਹਿਣ ਦਿਓ। ਇਹਦਾ ਮਤਲਬ ਤੁਸੀਂ ਜਦੋਂ ਗੁਰੂ ਨੂੰ ਦਿੰਦੇ ਹੋ, ਗਰੀਬ ਸਮਝ ਕੇ ਦਿੰਦੇ ਹੋ ਤਾਂ ਹੀ ਹੈ ਨਾ। ਵੀ ਜੇ ਗਰੀਬਾਂ ਨੂੰ ਦੇਣਾ ਦਸਵੰਧ, ਤਾਂ ਫਿਰ ਗੁਰੂ ਗ੍ਰੰਥ ਸਾਹਿਬ ਨੂੰ ਗਰੀਬ ਸਮਝਦੇ ਹੋ ਤੁਸੀਂ। ਨਾਲੇ ਤੇ ਰੋਂਦੇ ਹੋ ਤੇ ਨੱਕ ਰਗੜਦੇ ਹੋ ਅੱਗੇ ਆ ਕੇ ਵੀ ਫਲਾਣਾ ਕੰਮ ਕਰਦੇ ਹੋ ਜੀ, ਆਹ ਹੋ ਗਿਆ ਜੀ, ਉਹ ਹੋ ਗਿਆ। ਉਹ ਦਸਵੰਧ ਗਰੀਬਾਂ ਨੂੰ ਨਹੀਂ ਦੇਈਦਾ ਹੁੰਦਾ, ਉਹ ਦਇਆ ਹੁੰਦੀ, ਕਿਰਪਾ ਹੁੰਦੀ। ਉਹ ਸਭ ਤੋਂ ਵੱਡਾ ਜਿਹੜਾ, ਵੈਸੇ ਅਸੀਂ ਤਾਂ ਦੇ ਹੀ ਕੁਝ ਨਹੀਂ ਸਕਦੇ, ਤੇ ਪਰਮਾਤਮਾ ਦਾ ਦਿੱਤਾ ਹੋਇਆ ਸਭ ਤੋਂ ਵੱਡਾ ਦਾਨ ਹੁੰਦਾ ਜਿਹੜੇ ਰੱਬ ਦੇ ਪਿਆਰੇ ਦਿੰਦੇ ਨੇ। ਉਹ ਦੁਨੀਆ ਦੀ ਚੀਜ਼ ਨਹੀਂ, ਉਹਨੂੰ ਜੀ ਦਾਨ ਕਹਿੰਦੇ ਨੇ। ਜੀ ਦਾਨ ਦਾ ਮਤਲਬ ਹੈ ਬੰਦੇ ਦਾ ਜਿਉਂ ਉੱਠਣਾ।
ਜਿਵੇਂ ਆਪਾਂ ਹੁਣ ਜ਼ਿੰਦਗੀ ਜੀ ਰਹੇ ਹਾਂ, ਇੱਕ ਤਰ੍ਹਾਂ ਨਾਲ ਜ਼ਿੰਦਗੀ ਆਪਾਂ ਡਰ ਰਹੇ ਹਾਂ ਜਿਉਂਦੇ ਜਿਉਂਦੇ। ਜੇ ਗਰੀਬ ਆ ਗਰੀਬੀ ਦਾ ਦੁੱਖ, ਜੇ ਅਮੀਰ ਆ ਤੇ ਇਹ ਡਰ ਵੀ ਕਿਤੇ ਅਮੀਰੀ ਚਲੀ ਨਾ ਜਾਏ। ਜੇ ਸਤਿਕਾਰ ਕੋਈ ਨਹੀਂ ਹੁੰਦਾ ਤੇ ਇਹ ਵੀ ਸਾਡਾ ਸਤਿਕਾਰ ਹੀ ਕੋਈ ਨਹੀਂ ਸਮਾਜ ਦੇ ਅੰਦਰ, ਤੇ ਜੇ ਸਤਿਕਾਰ ਹੋ ਜਾਏ ਫਿਰ ਭੱਜੇ ਫਿਰ ਉਹ ਚਿੰਤਾ ਲੱਗੀ ਰਹਿੰਦੀ ਸਤਿਕਾਰ ਕਾਇਮ ਰਵੇ ਕਿਤੇ। ਇਹ ਸਾਧ ਸੰਗਤ ਜੀ ਨਹੀਂ, ਜੀ ਦਾਨ ਦਾ ਮਤਲਬ ਹੁੰਦਾ ਕਿ ਜਿਹੜਾ ਬਾਹਰਲੇ ਕਿਸੇ ਵੀ ਪ੍ਰੈਸ਼ਰ ਦੇ ਥੱਲੇ, ਸਟ੍ਰੈਸ ਦੇ ਥੱਲੇ ਮਨੁੱਖ ਨਹੀਂ ਰਹਿੰਦਾ, ਉਹਦੀ ਜ਼ਿੰਦਗੀ ਵਿੱਚ ਬਾਹਰੋਂ ਜੋ ਮਰਜ਼ੀ ਵਾਪਰ ਜਾਏ ਉਹ ਆਪਣੇ ਅੰਦਰ ਤੇ ਪ੍ਰਭਾਵ ਨਹੀਂ ਪੈਣ ਦਿੰਦਾ। ਉਹਨੂੰ ਕਹਿੰਦੇ ਨੇ ਇਹ ਜੀ ਦਾਨ ਹੈ। ਇਹ ਜੀਵਨ ਜਿਉਂ ਰਿਹਾ ਆਪਣਾ ਅਲੱਗ ਤੋਂ ਹੋ ਕੇ, ਉੱਚਾ ਹੋ ਕੇ। ਤੇ ਰੱਬ ਦੇ ਪਿਆਰੇ ਜਦੋਂ ਆਉਂਦੇ ਨੇ ਉਹ ਇਸੇ ਵਾਸਤੇ ਪ੍ਰਮਾਤਮਾ ਪੈਦਾ ਕਰਦਾ। ਜਦੋਂ ਗੁਰੂ ਅਰਜਨ ਦੇਵ ਜੀ ਨੂੰ ਪੁੱਛਿਆ ਵੀ ਪ੍ਰਮਾਤਮਾ ਦੇ ਪਿਆਰੇ ਜਦੋਂ ਜਨਮ ਲੈਂਦੇ ਕਿਸੇ ਕਰਮਾਂ ਦੇ ਬੱਝੇ ਲੈਂਦੇ ਨੇ, ਕੋਈ ਕਰਮਾਂ ਦਾ ਉਹਨਾਂ ਦਾ ਲੇਖਾ ਜੋਖਾ ਹੁੰਦਾ ਤਾਂ ਲੈਂਦੇ ਨੇ ਜਨਮ? ਮਹਾਰਾਜ ਕਹਿੰਦੇ ਨੇ ਨਹੀਂ, ਉਹ ਤਾਂ ਲੈਂਦੇ ਨੇ ਕਿ ਉਹਨਾਂ ਦੀ ਸੰਗਤ ਕੀਤਿਆਂ ਰੱਬ ਚੇਤੇ ਆਉਂਦਾ ਹੈ, ਪਰਮਾਤਮਾ ਚੇਤੇ ਆਉਂਦਾ। ਉਹਨਾਂ ਬਾਰੇ ਬਚਨ ਗੁਰੂ ਸਾਹਿਬ ਨੇ ਸੁਖਮਣੀ ਸਾਹਿਬ ਦੇ ਵਿੱਚ ਵੀ ਇਹ ਨਿਸ਼ਾਨੀ ਦੱਸੀ ਹੈ ਕਿ ਇਹ ਹੀ ਮਨੋਰਥ ਹੈ ਸਾਧੂ ਦਾ। ਸਾਰੇ ਪੜ੍ਹੋ ਪਿਆਰ ਦੇ ਨਾਲ। ਜਨ ਆਵਣ ਕਾ ਇਹ ਹੈ ਸੁਭਾਉ, ਜਨ ਆਵਣ ਕਾ ਇਹ ਹੈ ਸੁਭਾਉ, ਜਨ ਆਵਣ ਕਾ ਜਨ ਆਵਣ ਕਾ ਇਹ ਹੈ ਸੁਭਾਉ, ਜਨ ਆਵਣ ਕਾ ਇਹ ਹੈ ਸੁਭਾਉ, ਜਨ ਜਨ ਕੈ ਸੰਗ ਚਿਤੇ ਆਵੈ ਨਾਉ, ਜਨ ਕੈ ਸੰਗ ਚਿਤੇ ਆਵੈ ਨਾਉ, ਜਨ ਕੈ ਸੰਗ ਜਨ ਕੈ ਸੰਗ ਚਿਤ ਆਵੈ ਨਾਉ। ਸਾਧੂ ਦੀ ਇਹ ਨਿਸ਼ਾਨੀ ਹੈ। ਸੰਤ ਬਾਬਾ ਈਸ਼ਰ ਸਿੰਘ ਜੀ ਐਸੀ ਸ਼ਖਸੀਅਤ ਸਨ ਜਿਨ੍ਹਾਂ ਨੂੰ ਮਿਲਣ ਵਾਲਿਆਂ ਨੂੰ ਨਾਮ ਚੇਤੇ ਆਉਂਦਾ ਸੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ। ਜਨ ਕੈ ਸੰਗ ਚਿਤ ਆਵੈ ਨਾਉ, ਆਪ ਮੁਕਤ ਮੁਕਤ ਕਰੈ ਸੰਸਾਰ। ਮੁਕਤ ਦਾ ਮਤਲਬ ਕੀ ਹੁੰਦਾ ਹੈ ਕਿ ਕਿਸੇ ਤਰ੍ਹਾਂ ਦਾ ਬਾਹਰ ਜੋ ਵਰਤਦਾ, ਸਨਮਾਨ ਕੋਈ ਕਰੇ ਤਾਂ ਵੀ ਜੀ ਆਇਆਂ ਨੂੰ, ਨਾ ਕਰੇ ਤਾਂ ਵੀ ਜੀ ਆਇਆਂ ਨੂੰ। ਨਹੀਂ ਤੇ ਸਾਨੂੰ ਅਸਰ ਹੁੰਦਾ ਨਾ, ਜਿਹੜਾ ਫਤਿਹ ਬੁਲਾਏ ਉਹ ਚੰਗਾ ਲੱਗਦਾ, ਜਿਹੜਾ ਨਾ ਬੁਲਾਏ ਉਹ ਨਹੀਂ ਚੰਗਾ ਲੱਗਦਾ। ਫਰਕ ਪੈ ਜਾਂਦਾ ਨਾ ਅੰਦਰ। ਸਾਨੂੰ ਵੀ ਹੋ ਜਾਂਦਾ, ਅਸੀਂ ਤੁਹਾਨੂੰ ਗੱਲਾਂ ਹੀ ਸੁਣਾਉਂਦੇ ਹਾਂ, ਬਸ ਬਾਕੀ ਕੰਮ ਤਾਂ ਗੁਰੂ ਜਾਣਦਾ। ਜਿਹੜੇ ਸੈਕਟਰੀ ਸਾਹਿਬ ਸਾਡਾ ਨਾਂ ਚੰਗਾ ਠੋਕ ਕੇ ਲੈ ਦੇਣ ਨਾ, ਅੱਗੇ ਪਿੱਛੇ ਲਾ ਕੇ ਬੜਾ ਵਿਦਵਾਨ ਫਲਾਣਾ, ਉਹ ਪਰਤ ਕੇ ਕੋਈ ਸਾਨੂੰ ਪੁੱਛੇ ਨਾ, ਅਸੀਂ ਕਹਿੰਦੇ ਉਹ ਬੰਦਾ ਬਹੁਤ ਵਧੀਆ ਸੀ। ਪਤਾ ਨਹੀਂ ਲੱਗਦਾ ਹਉਮੈ ਕਦੋਂ ਸਵਾਦ ਦਿੰਦੀ ਹੈ। ਉਹ ਬੰਦਾ ਬੜਾ ਵਧੀਆ ਸੀ। ਦੂਜਾ ਜਿਹਨੇ ਮੋਟਾ ਜਿਹਾ ਨਾਂ ਲਿਆ, ਸਿੱਧਾ ਹੀ ਕਹਿ ਦਿੱਤਾ, ਫਿਰ ਆਪਾਂ ਉਹਦੇ ਬਾਰੇ ਜੇ ਗੱਲ ਕਰਾਂਗੇ, ਉਹਨੂੰ ਅਕਲ ਨਹੀਂ ਸੀ, ਬੰਦੇ ਨੂੰ ਬੋਲਣ ਦੀ ਅਕਲ ਨਹੀਂ ਸੀ ਉਹਨੂੰ। ਇਹ ਅੰਦਰ ਦਾ ਸਵਾਦ ਹੈ। ਉਹ ਗੱਲ ਅਲੱਗ ਤੋਂ ਹੈ ਕਿ ਸਲੀਕਾ ਬੋਲਣ ਦਾ ਹੋਣਾ ਚਾਹੀਦਾ, ਸਤਿਕਾਰ ਨਾਲ ਬੋਲਣਾ ਚਾਹੀਦਾ। ਇਹ ਤਾਂ ਇੱਕ ਅਲੱਗ ਤੋਂ ਗੱਲ ਹੈ। ਮੈਂ ਗੱਲ ਮਨ ਦੇ ਰਸਾਂ ਦੀ ਕਰਨਾ ਪਿਆ। ਮਨ ਦੇ ਰਸ, ਮਨ ਦੀ ਮਾਇਆ ਬੜੀ ਡੂੰਘੀ ਹੈ। ਸਾਧੂ ਦਾ ਇਹਦੇ ਉੱਤੇ ਕੋਈ ਅਸਰ ਨਹੀਂ ਪੈਂਦਾ। ਸਾਧੂ ਦਾ ਸੁਭਾਅ ਇਸ ਤਰ੍ਹਾਂ ਦਾ ਹੈ। ਸੁਖਮਣੀ ਸਾਹਿਬ ਦੀ ਅਸ਼ਟਪਦੀ ਵਿੱਚ ਤੁਸੀਂ ਪੜ੍ਹਦੇ ਹੋ, ਜਿਹਦੇ ਵਿੱਚ ਮਹਾਰਾਜ ਕਹਿੰਦੇ ਕਿ ਬ੍ਰਹਮ ਗਿਆਨੀ ਸਦਾ ਨਿਰਲੇਪ, ਜੈਸੇ ਜਲ ਮਹਿ ਕਮਲ ਅਲੇਪ। ਜਿਵੇਂ ਕਮਲ ਦਾ ਫੁੱਲ ਪਾਣੀ ਦੇ ਵਿੱਚ ਰਹਿੰਦਾ, ਪਾਣੀ ਤੋਂ ਅਲੇਪ ਰਹਿੰਦਾ, ਪਾਣੀ ਉਹਦੇ ਉੱਤੇ ਅਸਰ ਨਹੀਂ ਕਰਦਾ, ਉੱਤੇ ਪਾਣੀ ਉੱਤੇ ਬੂੰਦਾਂ ਰੁਕਦੀਆਂ ਨਹੀਂ। ਜਾਂ ਜੈਸੇ ਜਲ ਮੈਂ ਕਮਲ ਨਿਰਾਲਮ, ਮੁਰਗਾਈ ਨੈ ਸਾਣੇ, ਸੁਰਤ ਸ਼ਬਦ ਭਵ ਸਾਗਰ ਤਰੀਆ, ਨਾਨਕ ਨਾਮ ਬਖਾਣਾ। ਸਿੱਧਾਂ ਨੇ ਕਿਹਾ ਸੀ ਗੁਰੂ ਨਾਨਕ ਸਾਹਿਬ ਨੂੰ, ਮਹਾਰਾਜ ਤੁਸੀਂ ਕਹਿੰਦੇ ਹੋ ਕਿ ਅਸੀਂ ਆਪਣਾ ਸਿੱਖ ਗ੍ਰਸਤੀ ਬਣਾਉਣਾ ਹੈ, ਪਰਿਵਾਰ ਵਾਲਾ ਬਣਾਉਣਾ ਹੈ, ਤੇ ਫਿਰ ਉਹ ਤਾਂ ਮਾਇਆ ਦੇ ਵਿੱਚ ਫਸ ਜਾਣਗੇ। ਵੈਸੇ ਸਿੱਧਾਂ ਨੇ ਜਿਹੜੇ ਸਵਾਲ ਕੀਤੇ ਨਾ, ਆਪਾਂ ਵੈਸੇ ਸਾਨੂੰ ਆਦਤ ਪੈ ਗਈ ਵੀ ਦੂਜੇ ਮੱਤਾਂ ਦੇ ਬੰਦਿਆਂ ਨੂੰ ਨਾ ਭੰਡੀ ਜਾਣਾ ਐਵੇਂ। ਸਾਡੀ ਕਥਾ ਹੀ ਇਹ ਹੁੰਦੀ ਹੈ, ਬਸ
ਸ਼ਬਦ ਪੜ੍ਹਿਆ ਤੇ ਜੇ ਕਿਤੇ ਵਿੱਚ ਆ ਗਿਆ ਪੰਡਤ, ਬਸ ਪੰਡਤ ਦੀ ਖੈਰ ਹੈ ਨਹੀਂ ਸਾਰਾ ਘੰਟਾ। ਬਾਕੀ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੁਝ ਨਹੀਂ ਸੁਣਾਉਣਾ। ਪੰਡਤ ਨੂੰ ਰਗੜੀ ਆਉਣਗੇ, ਇਹ ਪਖੰਡੀ ਹੈ, ਪੂਜਾ ਕਰਦਾ ਹੈ, ਫਲਾਣਾ ਕਰਦਾ। ਉਹ ਪਖੰਡੀ ਤੇ ਉਹ ਹੁੰਦਾ ਹੈ ਜਿਹੜਾ ਸੁਣ ਕੇ ਗੱਲ ਗੁਰੂ ਦੀ ਮੰਨਦਾ ਨਹੀਂ। ਆਪਾਂ ਵੀ ਪਖੰਡੀ ਹੋਈ ਹਾਂ, ਆਪਣੇ ਆਪ ਨੂੰ ਵੀ ਕਿਆ ਕਰੋ ਫਿਰ। ਆਪਾਂ ਕਿਹੜੀ ਮੰਨਨੇ ਗੁਰੂ ਦੀ ਗੱਲ? ਆਪਾਂ ਪਖੰਡੀ ਨਹੀਂ ਫਿਰ। ਦੂਜੇ ਮਤ ਦੀ ਗੱਲ ਕਰਨੀ ਹੈ, ਜੇ ਮੁੱਲਾਂ ਦੀ ਗੱਲ ਕਰਨੀ ਹੈ ਤੇ ਟਾਈਮ ਵੱਧ ਯਥਾ ਯੋਗ ਕਰਨੀ, ਥੋੜਾ ਟਾਈਮ ਜ਼ਿਆਦਾ ਗੱਲ ਗੁਰਬਾਣੀ ਦੀ ਕਰਨੀ, ਫਿਰ ਗੱਲ ਬਣਦੀ ਹੈ। ਫਿਰ ਮੁੱਲਾਂ ਦੇ ਦੁਆਲੇ ਹੋ ਗਏ। ਮੈਨੂੰ ਇੱਕ ਸਿੱਖ ਪੁੱਛਦਾ ਹੈ, ਬੜੀ ਗੱਲ ਪਤੇ ਦੀ, ਮੈਂ ਕੈਲਗਰੀ ਵਿੱਚ ਸਾਂ, ਉੱਥੇ ਮੈਨੂੰ ਇੱਕ ਸਿੰਘ ਨੇ ਗੱਲ ਸੁਣਾਈ। ਕਿਉਂਕਿ ਸਾਡੀ ਆਦਤ ਹੈ ਜਾਂ ਤੇ ਪੰਡਤਾਂ ਦੀਆਂ, ਹਿੰਦੂਆਂ ਦੀ ਨਿੰਦਿਆ ਕਰਨੀ ਜਾਂ ਮੁਸਲਮਾਨਾਂ ਦੀ ਨਿੰਦਿਆ ਕਰਨੀ। ਗੁਰੂ ਸਾਹਿਬ ਨੇ ਸਿੱਖਾਂ ਨੂੰ ਕਿਹਾ ਇਹ ਗੱਲ ਨਹੀਂ ਕਰਨੀ। ਇਹ ਤਾਂ ਨਹੀਂ ਕਰਨੀ, ਆਪਾਂ ਵੀ ਨਹੀਂ ਸੁਣਨੀ ਚਾਹੁੰਦੇ। ਜੇ ਸਿੱਖਾਂ ਦੀ ਗੱਲ ਹੋਈ ਤੇ ਫਿਰ ਸਾਨੂੰ ਜਵਾਬ ਦੇਣਾ ਪੈਣਾ ਵੀ ਦੱਸੋ ਝੂਠ ਬੋਲਦੇ ਹੋ, ਠੱਗੀ ਮਾਰਦੇ ਹੋ, ਦਸਵੰਧ ਦਿੰਦੇ ਕਿ ਨਹੀਂ ਦਿੰਦੇ। ਇਹ ਸਾਨੂੰ ਵੀ ਕੌੜੀ ਲੱਗਦੀ। ਅਗਲੀ ਵਾਰੀ ਕਹਿਣਾ ਹੈ ਕਥਾਵਾਚਕ ਚੰਗਾ ਹੈ ਨਹੀਂ, ਉਹ ਦੂਜਾ ਸੱਦੋ ਜਿਹੜਾ ਤਵਾ ਲਾਉਂਦਾ ਪੰਡਤ ਦੇ ਤੇ ਮੁੱਲਾਂ ਤੇ, ਉਹਨੂੰ ਸੱਦੋ। ਆਪਣੀ ਗੱਲ ਨਾ ਕਰੋ। ਆਪਣੀ ਗੱਲ ਕੀਤੀ ਤੇ ਕੌੜੀ ਲੱਗਦੀ। ਆ ਇੱਕ ਗ੍ਰੰਥੀ ਸਿੰਘ, ਮੈਨੂੰ ਥੋੜ੍ਹੇ ਦਿਨ ਹੋਏ ਫੋਨ ਆਇਆ, ਉਹ ਕਹਿੰਦਾ ਹੈ ਵੀ ਮੈਨੂੰ ਤਾਂ ਪਤਾ ਨਹੀਂ ਸੀ ਵੀ ਪ੍ਰਧਾਨ ਜੀ ਨੇ ਆੜਤੀ ਦੇ ਪੈਸੇ ਮਾਰੇ ਹੋਏ ਨੇ, ਬੜੇ ਪਿੰਡ ਦਾ ਸੀ, ਯਾਨੀ ਕਿ ਪੈਸੇ ਖਾ ਗਿਆ ਉਹਦੇ, ਕਈਆਂ ਦੇ, ਦੁਕਾਨਾਂ ਵਾਲਿਆਂ ਦੇ, ਆੜਤੀ ਦੇ, ਹੋਰ ਕਈਆਂ ਦੇ, ਲੈ ਕੇ ਦਿੰਦਾ ਨਹੀਂ। ਉਹ ਜਿਹੜਾ ਗ੍ਰੰਥੀ ਸਿੰਘ ਉਹਨੇ ਕਥਾ ਕਰ ਦਿੱਤੀ, ਹੱਕ ਪਰਾਇਆ ਨਾਨਕਾ ਉਸ ਸੂਰ ਉਸ ਗਾਏ, ਗੁਰ ਪੀਰ ਹਾਮਾ ਤਾਂ ਭਰੈ ਜਾ ਮੁਰਦਾਰ ਨਾ ਖਾਏ। ਉਹ ਕਹਿੰਦਾ ਮੈਂ ਇਹ ਕਥਾ ਕਰਤੀ, ਕਹਿੰਦੇ ਦੂਜੇ ਦਿਨ ਪ੍ਰਧਾਨ ਜੀ ਮੇਰੇ ਤੇ ਨਾਰਾਜ਼ ਹੋ ਗਏ, ਛੋਟੀ ਛੋਟੀ ਗੱਲ ਤੇ ਟੋਕਣ ਲੱਗ ਪਏ। ਹੌਲੀ ਹੌਲੀ ਉਹਨਾਂ ਕਹਿ ਦਿੱਤਾ ਵੀ ਤੂੰ ਚੱਲ ਇੱਥੋਂ, ਤੇਰਾ ਕੋਈ ਕੰਮ ਨਹੀਂ ਇੱਥੇ। ਕਿਉਂ? ਤੂੰ ਗੁਰਬਾਣੀ ਦੀ ਕਥਾ ਸਾਡੇ ਸਿੱਖਾਂ ਦੀ ਕਰਨਾ, ਵੀ ਸਿੱਖਾਂ ਨੂੰ ਵੀ ਇਸ ਤਰ੍ਹਾਂ ਹੁੰਦਾ। ਜੇ ਪੰਡਤ ਦੀ ਗੱਲ ਹੋਵੇ ਫਿਰ ਅਸਾਂ ਬੜਾ ਖੁਸ਼ ਹੁੰਦੇ ਹਾਂ। ਫਿਰ ਸਾਨੂੰ ਵੀ ਲੋਕ ਕਹਿੰਦੇ ਫਲਾਣਾ ਕਥਾਵਾਚਕ ਆਇਆ ਸੀ ਗਿਆਨੀ ਜੀ, ਉਹਨੇ ਸਾਰੇ ਬੰਦੇ ਬੜੇ ਹਸਾਏ ਨੇ। ਤੇ ਮੈਂ ਕਿਹਾ ਮਰਾਸੀ ਸੱਦ ਲੈਣੇ ਸਾਜੇ, ਫਿਰ ਕਥਾਵਾਚਕ ਕਿਉਂ ਸੱਦਦੇ ਹੋ ਜੇ ਹਸਾਉਣਾ ਹੀ ਹੈ ਤਾਂ? ਫਿਰ ਮਰਾਸੀ ਸੱਦੋ, ਮਰਾਸੀ ਤੁਹਾਨੂੰ ਚੁਟਕਲੇ ਸੁਣਾਉਣਗੇ ਤੇ ਤੁਸੀਂ ਹੱਸਿਆ ਜੇ, ਤਾੜੀਆਂ ਮਾਰਿਆ ਜੇ। ਗੁਰੂ ਸਾਹਿਬ ਦਾ ਪ੍ਰਕਾਸ਼ ਕਿਉਂ ਕੀਤਾ? ਗੁਰਬਾਣੀ ਦੀ ਵਿਚਾਰ ਕਰੋ, ਜਿਹੜੇ ਕਰਨ ਵਾਲਾ ਕੰਮ ਹੈ। ਪਰ ਹੁਣ ਚੱਲਦਾ ਹੈ। ਉਹ ਕੈਲਗਰੀ ਦੇ ਵਿੱਚ ਇੱਕ ਸਿੰਘ ਮੈਨੂੰ ਮਿਲਿਆ, ਉਹਨੇ ਮੈਨੂੰ ਇੱਕ ਗੱਲ ਬੜੀ ਵਧੀਆ ਦੱਸੀ। ਕਹਿੰਦਾ ਇੱਕ ਪੰਡਤ, ਉੱਥੇ ਵੀ ਮੰਦਰ ਹੈ ਬਾਹਰ ਕੈਨੇਡਾ ਵਿੱਚ ਵੀ, ਪੁਜਾਰੀ ਮੇਰੇ ਕੋਲ ਖਲੋ ਗਿਆ, ਦੁਕਾਨ ਤੋਂ ਸੌਦਾ ਲੈ ਰਿਹਾ ਸੀ ਤੇ ਮੈਨੂੰ ਉਹਨੇ ਰਾਮ ਰਾਮ ਸਤਿ ਸ੍ਰੀ ਅਕਾਲ ਕਹੀ ਤਾਂ ਮੈਂ ਵੀ ਕਹਿ ਦਿੱਤੀ। ਕਹਿੰਦਾ ਮੈਂ ਉਹਦੇ ਨਾਲ ਗੱਲੀ ਪੈ ਗਿਆ ਤੇ ਗੱਲਾਂ ਕਰਦਿਆਂ ਕਰਦਿਆਂ ਮੈਂ ਉਹਨੂੰ ਪੁੱਛਿਆ ਵੀ ਪੰਡਤ ਜੀ ਸਾਡੇ ਗੁਰਦੁਆਰੇ ਰੋਜ਼ ਕਥਾ ਹੁੰਦੀ ਹੈ, ਸਮਾਗਮ ਹੁੰਦੇ ਨੇ, ਤੇ ਤੁਸੀਂ ਆਪਣੇ ਕੋਈ ਕਥਾਵਾਚਕ ਨਹੀਂ ਲਿਆਉਂਦੇ ਆਪਣੇ ਮੰਦਰ ਵਿੱਚ? ਕੋਈ ਕਥਾ ਕਰਿਆ ਕਰੋ, ਕੋਈ ਹਿੰਦੂ ਧਰਮ ਦਾ ਪਤਾ ਲੱਗੇ ਵੀ ਕੀ ਹੁੰਦਾ ਹੈ। ਕਹਿੰਦਾ ਉਹ ਪੁਜਾਰੀ ਨੇ ਮੈਨੂੰ ਇੱਕ ਗੱਲ ਕਹੀ ਤੇ ਮੈਨੂੰ ਜਵਾਬ ਨਾ ਆਇਆ। ਉਹ ਪੁਜਾਰੀ ਕਹਿੰਦਾ ਸਰਦਾਰ ਜੀ ਹਮਕੋ ਕਥਾ ਕਰਨ ਦੀ ਕਿਆ ਲੋੜ ਹੈ? ਕਹਿੰਦੇ ਕਿਉਂ? ਕਹਿੰਦੇ ਜਿਹੜੇ ਤੁਹਾਡੇ ਕਥਾਵਾਚਕ ਨੇ ਉਹ ਸਾਰੀਆਂ ਹਿੰਦੂਆਂ ਦੀਆਂ ਗੱਲਾਂ ਤੇ ਉੱਥੇ ਉਹ ਹੀ ਕਰਦੇ ਨੇ ਪਏ, ਸਾਡੀ ਕਥਾ ਤੇ ਆਪ ਹੀ ਹੋਈ ਜਾ ਰਹੀ, ਸਾਨੂੰ ਕੀ ਲੋੜ ਹੈ ਬੰਦੇ ਸੱਦਣ ਦੀ? ਉਹ ਹਿੰਦੂਆਂ ਦੀਆਂ ਗੱਲਾਂ ਸੁਣਾਉਂਦੇ ਨੇ ਸਾਰੀਆਂ। ਤਾਂ ਗੱਲ ਕਰਨੀ ਗੁਰਬਾਣੀ ਦੀ, ਸਾਧ ਸੰਗਤ ਜੀ। ਗੁਰੂ ਕੀ ਬਾਣੀ ਦੀ ਗੱਲ ਜਦੋਂ ਅਸੀਂ ਕਰਨੇ ਆ, ਉਹ ਤੁਹਾਨੂੰ ਕੌੜੀ ਲੱਗੇ ਮਿੱਠੀ ਲੱਗੇ ਇਹਦੇ ਵੱਲ ਨਹੀਂ ਵੇਖਣਾ। ਜੇ ਗੁਰ ਝਿੜਕੈ ਤਾਂ ਮਿੱਠਾ ਲੱਗੈ, ਬਖਸ਼ੇ ਤਾਂ ਗੁਰ ਵਡਿਆਈ। ਤਾਂ ਇਸ ਢੰਗ ਦੇ ਨਾਲ ਜਦੋਂ ਸਾਧ ਸੰਗਤ ਜੀ ਕਮਾਈ ਕਰਦਾ ਗੁਰੂ ਕਾ ਸਿੱਖ, ਤਾਂ ਉਹ ਮੁਰਗਾਬੀ ਵਰਗਾ ਸਿੱਧਾਂ ਨੇ ਜਿਹੜੇ ਸਵਾਲ ਕੀਤੇ ਸੀ ਨਾ, ਬੜੇ ਉਹ ਮੈਡੀਟੇਸ਼ਨ ਕਰਦੇ ਸੀ, ਸਮਾਧੀਆਂ ਲਾਉਂਦੇ ਸੀ, ਉਹਨਾਂ ਦੇ ਸਵਾਲ ਬੜੇ ਕਾਰਗਰ ਨੇ। ਸਾਡੇ ਤੇ ਸਵਾਲ ਹੀ ਕੋਈ ਨਹੀਂ ਹੁੰਦੇ। ਮੈਂ ਸੈਮੀਨਾਰ ਕਰਕੇ ਵੇਖਿਆ, ਬਸ ਉੱਥੋਂ ਦੇ ਸਵਾਲ ਆ ਹੀ ਹੁੰਦੇ ਨੇ ਵੀ ਦਸਮ ਗ੍ਰੰਥ ਵਿੱਚ ਕੀ ਹੈ ਜੀ, ਚਰਿਤਰੋਪਖਿਆਨ ਦੇ ਵਿੱਚ ਕੀ ਹੈ। ਉਹ ਦੋ ਰਟੇ ਰਟਾਏ ਜਿਹੜੇ ਸਾਡੇ ਪ੍ਰੋਫੈਸਰਾਂ ਨੇ ਜਾਂ ਨੈੱਟ ਤੋਂ ਅਸੀਂ ਸਵਾਲ ਸੁਣ ਲੈ, ਉਹ ਚੁੱਕੇ ਚੁਕਾਏ ਕਰੀ ਜਾਂਦੇ। ਤੇ ਮੈਂ ਉਹਨਾਂ ਨੂੰ ਕਹਿਣਾ ਵੀ 1430 ਅੰਗ ਨੇ ਗੁਰੂ ਗ੍ਰੰਥ ਸਾਹਿਬ ਦੇ, ਉਹਦੇ ਵਿੱਚੋਂ ਵੀ ਕੋਈ ਸਵਾਲ ਕਰ ਲਓ। ਇਹ ਤਾਂ ਤੁਸੀਂ ਨੈੱਟ ਤੋਂ ਚੁੱਕੇ ਨੇ, ਨੈੱਟ ਤੋਂ ਮੈਨੂੰ ਸਵਾਲ ਕਰਤੇ ਤੇ ਇਹਦਾ ਜਵਾਬ ਪਹਿਲਾਂ ਤੁਸੀਂ ਲਿਆ ਵੀ ਕਈ ਵਾਰੀ।
ਇਹ ਨਾ ਤੁਸੀਂ ਕਰਿਆ ਕਰੋ। ਪਰ ਹੁਣ ਅਸੀਂ ਸਵਾਲ ਉਹ ਹੀ ਕਰ ਸਕਦੇ ਹਾਂ ਨਾ ਜੋ ਅਸੀਂ ਆਪ ਕਰਨੇ ਆ। ਸਿੱਧ ਆਪ ਜਿਹੜੇ ਉਹ ਇਹਦੇ ਵਾਸਤੇ ਸਾਧ ਸੰਗਤ ਜੀ ਉਪਰਾਲਾ ਕਰਦੇ ਸੀ ਵੀ ਸੰਸਾਰ ਸਮੁੰਦਰ ਤੋਂ ਕਿਵੇਂ ਪਾਰ ਜਾਣਾ ਹੈ। ਤੇ ਨਾਲੇ ਉਹਨਾਂ ਨੇ ਕਿਹਾ ਸੀ ਵੀ ਜਿਹੜੇ ਤੁਸੀਂ ਹੁਣ ਕਹਿ ਰਹੇ ਹੋ ਨਾ ਵੀ ਸਿੱਖ ਗ੍ਰਸਤੀ ਹੋਣਗੇ ਇਹ ਤੇ ਮਾਇਆ ਵਿੱਚ ਫਸ ਜਾਣਗੇ, ਤੇ ਕਿਉਂ ਕਰ ਸਾਥ ਲੰਘਾਵੋ ਪਾਰੇ, ਇਹਨਾਂ ਨੂੰ ਪਾਰ ਕਿਵੇਂ ਲੰਘਾਓਗੇ ਵੀ ਮਾਇਆ ਵਿੱਚ ਫਸਣਾ। ਤੇ ਉਹ ਅਸੀਂ ਫਸ ਚੁੱਕੇ ਹਾਂ। ਸਾਧ ਸੰਗਤ ਜੀ ਉਹਨਾਂ ਸਿੱਧਾਂ ਨੇ ਜੋ ਕੁਝ ਕਿਹਾ ਸੀ ਨਾ ਵੀ ਤੁਹਾਡੇ ਸਿੱਖ ਮਾਇਆ ਵਿੱਚ ਫਸ ਜਾਣਗੇ, ਉਹ ਮਾਇਆ ਵਿੱਚ ਅਸੀਂ ਫਸ ਚੁੱਕੇ ਹਾਂ। ਕੋਈ ਇਹਦੇ ਵਿੱਚ ਸ਼ੱਕ ਨਹੀਂ ਰਿਹਾ। ਹੁਣ ਮਾਇਆ ਵੱਡੀ ਹੋ ਗਈ ਹੈ, ਬਾਕੀ ਚੀਜ਼ਾਂ ਛੋਟੀਆਂ ਰਹਿ, ਧਰਮ ਛੋਟਾ ਰਹਿ ਗਿਆ। ਰਾਜਨੀਤੀ ਵੱਡੀ ਹੋ ਗਈ, ਧਰਮ ਛੋਟਾ ਰਹਿ ਗਿਆ। ਉਹ ਅਸੀਂ ਫਸ ਚੁੱਕੇ ਹਾਂ। ਤੇ ਗੁਰੂ ਸਾਹਿਬ ਨੇ ਕਿਹਾ ਸੀ ਵੀ ਜਿਹੜਾ ਮੇਰਾ ਸਿੱਖ ਇਸ ਤਰ੍ਹਾਂ ਰਹੇਗਾ ਨਾ, ਜੈਸੇ ਜਲ ਮਹਿ ਕਮਲ ਨਿਰਾਲਮ, ਜਿਵੇਂ ਪਾਣੀ ਦੇ ਵਿੱਚ ਕਮਲ ਰਹਿੰਦਾ ਉਹ ਗ੍ਰਸਤ ਦੇ ਵਿੱਚ ਪ੍ਰਵਾਨ ਹੋਏਗਾ, ਦੂਜਾ ਸਿੱਖ ਪ੍ਰਵਾਨ ਨਹੀਂ ਹੋਏਗਾ। ਮੁਰਗਾਈ ਨਾ ਸਾਣੇ, ਮੁਰਗਾਬੀ ਹੁੰਦੀ ਹੈ ਇੱਕ, ਉਹ ਸਾਧ ਸੰਗਤ ਜੀ ਪਾਣੀ ਵਿੱਚ ਤਰਦੀ ਹੈ, ਪਾਣੀ ਵਿੱਚ ਡੁੱਬੀ ਵੀ ਲਾਉਂਦੀ ਹੈ, ਪਰ ਉਹਦੇ ਖੰਭ ਪਾਣੀ ਵਿੱਚ ਭਿੱਜਦੇ ਨਹੀਂ। ਜਦੋਂ ਜੀ ਕਰੇ ਉਡਾਰੀ ਮਾਰ ਕੇ ਉੱਡ ਜਾਂਦੀ ਹੈ। ਕਹਿੰਦੇ ਮੇਰਾ ਸਿੱਖ ਇਸ ਤਰ੍ਹਾਂ ਮਾਇਆ ਦੇ ਵਿੱਚ ਰਹੇਗਾ ਜਿਵੇਂ ਮੁਰਗਾਬੀ ਪਾਣੀ ਵਿੱਚ ਰਹਿੰਦੀ ਹੈ। ਪਾਣੀ ਦੇ ਵਿੱਚ ਰਹੇਗੀ ਪਰ ਪਾਣੀ ਉਹਨੂੰ ਛੂਹੇਗਾ ਨਹੀਂ। ਪਰ ਇਹ ਗੱਲ ਬਣੇਗੀ ਬੜੀ ਉਸ ਤਰ੍ਹਾਂ ਜਦੋਂ ਥੰਧਿਆਈ ਆਵੇਗੀ ਨਾਮ ਦੇ ਨਾਲ, ਤਾਂ ਗੱਲ ਬਣੇਗੀ। ਤਾਂ ਇਹ ਬ੍ਰਹਮ ਗਿਆਨੀ ਦੀ ਅਵਸਥਾ ਜਿਹਦੇ ਉੱਤੇ ਬਾਹਰ ਦਾ ਕੋਈ ਅਸਰ ਨਹੀਂ ਹੁੰਦਾ। ਜੈਸੇ ਜਲ ਮੈਂ ਕਮਲ ਅਲੇਪ, ਬ੍ਰਹਮ ਗਿਆਨੀ ਸਦਾ ਨਿਰਦੋਖ, ਜੈਸੇ ਸੂਰ ਸਰਬ ਕੋ ਸੋਖ। ਇਸ ਤਰ੍ਹਾਂ ਦਾ ਸੁਭਾਅ ਹੁੰਦਾ ਹੈ। ਪਰ ਬਣਿਓ ਕਾਹਦੇ ਨਾਲ? ਨਾਮ ਜਪ ਕੇ, ਸਿਮਰਨ ਕਰਕੇ। ਸੋ ਮਹਾਂਪੁਰਸ਼ ਸੰਤ ਬਾਬਾ ਈਸ਼ਰ ਸਿੰਘ ਜੀ, ਉਹਨਾਂ ਨੇ ਨਾਮ ਦੀ ਕਮਾਈ ਕੀਤੀ ਹੈ। ਬਾਕੀ ਜਿਹੜੇ 5 ਮਿੰਟ ਰਹਿ ਗਏ ਨੇ ਉਹ ਆਪਾਂ ਸੰਗਤੀ ਰੂਪ ਦੇ ਵਿੱਚ ਨਾਮ ਸਿਮਰਨ ਕਰਨਾ ਹੈ। ਔਰ ਸਾਰੇ ਚੌਂਕੜਾ ਮਾਰ ਕੇ ਬੈਠੋ, ਧਿਆਨ ਨੂੰ ਇਕਾਗਰ ਕਰਕੇ ਸੁਰਤ ਦੇ ਵਿੱਚ ਸ਼ਬਦ ਦੇ ਨਾਲ ਸੁਰਤ ਜੋੜਨੀ ਹੈ। ਆਵਾਜ਼ ਨੂੰ ਸੁਣਨਾ ਆਪਣੀ ਨੂੰ, ਉਹਦੇ ਨਾਲ ਧਿਆਨ ਲਾਣਾ, ਇੱਧਰ ਉੱਧਰ ਨਹੀਂ ਵੇਖਣਾ, ਪਿਆਰ ਦੇ ਨਾਲ ਜਪਣਾ ਔਰ ਉੱਚੀ ਆਵਾਜ਼ ਦੇ ਵਿੱਚ ਜਪਣਾ, ਕੋਈ ਰਸਨਾ ਖਾਲੀ ਨਾ ਰਹੇ। ਵਾਹਿਗੁਰੂ 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 ਵਾਹਿਗੁਰੂ
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸੋ ਏਕ ਨਾਮ ਸੰਤਨ ਆਧਾਰ। ਇਸ ਨਾਮ ਦਾ ਆਧਾਰ ਬਣਾ ਕੇ ਮਹਾਂਪੁਰਸ਼ਾਂ ਨੇ ਆਪਣਾ ਜੀਵਨ ਸਫਲ ਕੀਤਾ ਹੈ। ਸੋ ਇੱਕ ਦੋ ਬੇਨਤੀਆਂ ਨੇ ਸੰਗਤ ਦੇ ਪ੍ਰਚਾਰ ਵਾਸਤੇ, ਬਾਣੀ ਦੇ ਪ੍ਰਚਾਰ ਵਾਸਤੇ। ਜੇ ਕਿਸੇ ਵੀ ਗੁਰੂ ਘਰ ਦੇ ਵਜ਼ੀਰ ਨੂੰ, ਗ੍ਰੰਥੀ ਸਿੰਘ ਨੂੰ ਦੋਵੇਂ ਟਾਈਮ ਕਥਾ ਲਾਉਣੀ ਹੈ, ਉਹਦੇ ਵਾਸਤੇ ਰੇਡੀਓ ਉਪਲਬਧ ਹਨ। 500 ਘੰਟੇ ਦੀ ਕਥਾ ਹੈ, ਉਹ ਤੁਸੀਂ ਲੈ ਸਕਦੇ ਹੋ। ਸੇਵਾ ਵਿੱਚ ਹੀ ਹੈ, ਫ੍ਰੀ ਹੈ। ਪਰ ਉਹਦੀ ਸ਼ਰਤ ਇੱਕ ਹੀ ਹੈ ਵੀ ਉਹਨੂੰ ਲਾਉਣਾ ਜ਼ਰੂਰ ਹੈ। ਇੱਕ ਟਾਈਮ ਲਾਓ, 2 ਟਾਈਮ ਗੁਰੂ ਘਰ ਵਿੱਚ ਮਾਈਕ ਦੇ ਅੱਗੇ ਰੱਖ ਕੇ ਲਾਓ। ਜਿੱਥੇ ਵੀ ਤੁਹਾਡੇ ਸੰਗਤ ਜੁੜਦੀ ਹੈ, ਉਹ ਤੁਸੀਂ ਗੱਡੀ ਕੋਲ ਸਿੰਘ ਨੇ, ਉਹਨਾਂ ਨੂੰ ਨਾਂ ਲਿਖਾ ਸਕਦੇ ਹੋ। ਉਹ ਫ੍ਰੀ ਵਿੱਚ ਤੁਹਾਨੂੰ ਮਿਲ ਜਾਣਗੇ, ਪਰ ਲਾਉਣੇ ਤੁਸਾਂ ਨੇ, ਤੁਹਾਡੀ ਜ਼ਿੰਮੇਵਾਰੀ ਹੈ। ਹੋਰ ਜਾਣਕਾਰੀ ਤੁਸੀਂ ਉੱਥੋਂ ਪ੍ਰਾਪਤ ਕਰ ਸਕਦੇ ਹੋ। ਸੋ ਸਮੂਹ ਸੰਗਤ ਦਾ ਸਤਿਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਜੀ ਦਾ ਧੰਨਵਾਦ। ਸਾਰੇ ਪ੍ਰਬੰਧਕ ਗੁਰੂ ਪਿਆਰਿਆਂ ਦਾ, ਜਿਨ੍ਹਾਂ ਨੇ ਬੜਾ ਪਿਆਰ ਖਿੱਚ ਕਰਕੇ ਆਪ ਸੰਗਤ ਦੇ ਦਰਸ਼ਨ ਕਰਵਾਏ ਹਨ, ਸਾਰਿਆਂ ਦਾ ਧੰਨਵਾਦ ਹੈ। ਭੁੱਲਾਂ ਚੁੱਕਾਂ ਦੀ ਖਿਮਾ, ਪਿਆਰ ਸਹਿਤ ਫਤਿਹ ਗਜਾਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਧ ਸੰਗਤ ਜੀ।